ਨਮਸਕਾਰ ਸਟੂਡੈਂਟਸ, ਮੈਂ ਸਤਪਾਲ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਸਭ ਦਾ ਸਾਵਲ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਤੇ। ਹਾਂਜੀ, ਅੱਜ ਆਪਾਂ ਜੋ ਦੋ ਆਪਣੇ ਟੈਸਟ ਹੋ ਚੁੱਕੇ ਨੇ ਜੀ ਪ੍ਰੀਵੀਅਸ ਈਅਰ ਦੇ ਵਿੱਚ ਮਾਸਟਰ ਕੈਡਰ ਦੇ ਲਈ, ਉਹਨਾਂ ਦੇ ਵਿੱਚੋਂ ਆਪਾਂ ਜਿਹੜਾ 2016 ਵਾਲਾ ਜੋ ਪੇਪਰ ਹੈ ਜੀ ਜੋ ਆਇਆ ਸੀ ਉਸ ਦੇ ਬਾਰੇ ਵਿੱਚ ਆਪਾਂ ਅੱਜ ਡਿਸਕਸ਼ਨ ਕਰਾਂਗੇ ਜੀ। ਜਿੰਨੇ ਵੀ ਕੁਐਸਚਨਸ ਆਪਣੇ ਉਸ ਦੇ ਵਿੱਚ ਹਿਸਟਰੀ ਨਾਲ ਰਿਲੇਟਡ ਨੇ ਉਹ ਸਾਰੇ ਕਰਾਂਗੇ ਜੀ। ਤੇ ਪੋਲੀਟੀਕਲ ਸਾਇੰਸ ਦਾ ਜਿਹੜਾ ਪਾਰਟ ਰਹਿ ਗਿਆ ਜੀ ਉਹ ਤੁਹਾਡੇ ਸਾਹਮਣੇ ਦੀਪਕ ਸਰ ਰੂਬਰੂ ਹੋਣਗੇ ਜੀ। ਰਿਕਾਰਡਡ ਕਲਾਸਿਸ ਤੁਹਾਨੂੰ ਸੈਂਡ ਕਰ ਦਿੱਤੀਆਂ ਜਾਣਗੀਆਂ, ਉਸ ਦੀਆਂ ਸਾਰਾ ਕੁਝ ਉਸ ਦੀ ਜਿਹੜਾ ਸੋਲੂਸ਼ਨ ਹੋਏਗੀ ਸਾਰਾ ਕੁਝ ਜੀ। ਅੱਜ ਆਪਾਂ ਆਪਣਾ ਜਿਹੜਾ ਸ਼ੁਰੂ ਕਰ ਰਹੇ ਹਾਂ ਜੀ 2016 ਵਾਲਾ ਪੇਪਰ। ਤੇ ਇਸ ਪੇਪਰ ਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਹੈ ਜੀ, ਸਾਰੇ ਬੱਚੇ ਮੇਰੇ ਨਾਲ ਧਿਆਨ ਦੇ ਸੁਣਦੇ ਜਾਇਆ ਜੀ। ਹਰ ਇੱਕ ਚੀਜ਼ ਆਪਾਂ ਕੁਝ ਇੱਕ ਫੈਕਟ ਜਿਹੜੇ ਇਸ ਦੇ ਨਾਲ ਹੋਰ ਵੀ ਜੁੜੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਉਹ ਵੀ ਕਵਰ ਕਰਦੇ ਚੱਲਾਂਗੇ। ਅਬੁਲ ਫਜ਼ਲ ਦੇ ਬਾਰੇ ਵਿੱਚ ਪੁੱਛਿਆ ਗਿਆ ਹੈ ਜੀ। ਅਬੁਲ ਫਜ਼ਲ ਇਸ ਦੇ ਦਰਬਾਰ ਵਿੱਚ ਸੀ। ਇਹਨਾਂ ਚਾਰਾਂ ਵਿੱਚੋਂ ਦੱਸਣਾ ਹੈ ਜੀ ਕਿਸ ਦੇ ਦਰਬਾਰ ਵਿੱਚ ਸੀ, ਤਾਂ ਇਹ ਸਾਰੇ ਬੱਚਿਆਂ ਨੂੰ ਪਤਾ ਹੈ, ਇਹ ਸੀ ਅਕਬਰ। ਫਿਰ ਆਪਾਂ ਗੱਲ ਕਰੀਏ ਔਰੰਗਜ਼ੇਬ ਦੇ ਬਾਰੇ ਵਿੱਚ। ਸੈਕਿੰਡ ਕੁਐਸਚਨ ਹੈ ਜੀ ਸਾਡੇ ਸਾਹਮਣੇ, ਔਰੰਗਜ਼ੇਬ ਮਰਿਆ ਸੀ। ਔਰੰਗਜ਼ੇਬ ਜਿਹੜਾ ਹੈ ਉਸ ਦੀ ਡੈਥ ਬਾਰੇ ਪੁੱਛਿਆ ਗਿਆ ਹੈ ਜੀ। ਇਹ ਕਦੋਂ ਡੈਥ ਹੋਈ ਇਸ ਦੀ, ਤਾਂ ਇਹ ਹੋਈ ਹੈ ਜੀ ਇਸ ਦੀ 1707 ਦੇ ਵਿੱਚ। 1707 ਤੇ ਇਸ ਤੋਂ 1 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ 1708 ਦੇ ਵਿੱਚ ਜੋਤੀ ਜੋਤ ਸਮਾਏ ਸਨ। ਠੀਕ ਹੈ, ਇਹ ਵੀ ਚੀਜ਼ਾਂ ਯਾਦ ਰੱਖਿਆ ਜੀ ਤੁਸੀਂ, ਸਾਰੀਆਂ ਇਸ ਦੇ ਨਾਲ ਜੁੜੀਆਂ ਹੋਈਆਂ ਨੇ। ਤੇ ਔਰੰਗਜ਼ੇਬ ਤੋਂ ਬਾਅਦ ਜਿਹੜਾ ਬਾਦਸ਼ਾਹ ਬਣਿਆ ਸੀ ਉਹ ਇਸ ਦਾ ਪੁੱਤਰ ਬਣਿਆ ਸੀ ਵੱਡਾ, ਜਿਹੜਾ ਜਿਸ ਦਾ ਨਾਮ ਸੀ ਬਹਾਦਰ ਸ਼ਾਹ ਪਹਿਲਾ, ਜਿਸ ਨੂੰ ਕਿਹਾ ਹੈ ਜੀ ਮੁਆਜ਼ਮ ਵੀ ਬੋਲਿਆ ਗਿਆ ਹੈ। ਠੀਕ ਹੈ ਜੀ। ਹੈਦਰ ਅਲੀ ਨੇ ਇਸ ਖੇਤਰ ਵਿੱਚ ਪ੍ਰਭੂਸ਼ਤਾ ਕਾਇਮ ਕੀਤੀ। ਇਹ ਅਸਲ ਦੇ ਵਿੱਚ ਪੁੱਛਿਆ ਗਿਆ ਹੈ ਵੀ ਹੈਦਰ ਅਲੀ ਨੇ ਆਪਣਾ ਜਿਹੜਾ ਰਾਜ ਸੀ ਉਹ ਕਿਹੜੇ ਖੇਤਰ ਦੇ ਵਿੱਚ ਸਟਾਰਟ ਕੀਤਾ ਸੀ, ਤਾਂ ਉਹ ਸੀ ਸਾਡਾ ਮੈਸੂਰ। ਤੇ ਮੈਸੂਰ ਦੇ ਨਾਲ ਕਿਹਾ ਹੈ ਜੀ ਇਹ ਹੈਦਰ ਅਲੀ ਦਾ ਪੁੱਤਰ ਟੀਪੂ ਸੁਲਤਾਨ ਅੱਗੇ ਜਾ ਕੇ ਸ਼ਾਸਕ ਬਣਿਆ ਤੇ ਅੰਗਰੇਜ਼ਾਂ ਦਾ ਕਾਫੀ ਸਾਰੇ ਯੁੱਧ ਹੋਏ ਨੇ। ਤੇ ਮੈਸੂਰ ਨੂੰ 1799 ਦੇ ਵਿੱਚ ਵੈਲਜ਼ਲੀ ਨੇ ਕਿਹਾ ਹੈ ਜੀ ਅੰਗਰੇਜ਼ੀ ਰਾਜ ਦੇ ਵਿੱਚ ਸਹਾਇਕ ਸੰਧੀ ਦੇ ਰਾਹੀਂ ਕਿਹਾ ਹੈ ਜੀ ਇਸ ਨੂੰ ਐਡ ਕਰ ਲਿਆ ਸੀ 1799 ਦੇ ਵਿੱਚ। ਠੀਕ ਹੈ, ਇਹ ਚੀਜ਼ਾਂ ਯਾਦ ਰੱਖਿਆ ਜੀ। ਗੱਲਬਾਤ 4 ਨੰਬਰ ਕੁਐਸਚਨ ਸਾਡੇ ਕੋਲੇ ਆ ਗਿਆ ਹੈ ਜੀ, ਵਾਸਕੋ ਡੀ ਗਾਮਾ ਕਾਲੀਕਟ ਕਦੋਂ ਪਹੁੰਚਿਆ ਸੀ। ਬਹੁਤ ਵਧੀਆ ਕੁਐਸਚਨ ਜੀ, ਸਾਰੇ ਬੱਚਿਆਂ ਨੂੰ ਇਸ ਦੇ ਬਾਰੇ ਵਿੱਚ ਪਤਾ ਹੋਏਗਾ। ਸੀ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡਾ। ਤੇ 1498 ਦੇ ਵਿੱਚ ਇਹ ਬੰਦਾ ਭਾਰਤ ਵਿੱਚ ਆਇਆ ਸੀ। ਤੇ ਦੂਜੀ ਵਾਰੀ ਜਦੋਂ ਇਹ ਆਇਆ ਹੈ ਤਾਂ ਇਹ ਆਇਆ ਹੈ ਜੀ 1500 ਈਸਵੀ ਦੇ ਵਿੱਚ। ਤੇ ਫਿਰ ਆਪਾਂ ਗੱਲ ਕਰੀਏ ਵੀ ਇਹ ਜਦੋਂ ਆਇਆ ਹੈ ਤਾਂ ਇਹ ਕਾਲੀਕਟ ਜਿਹੜੀ ਬੰਦਰਗਾਹ ਹੈ ਜੀ ਸਾਡੀ ਉੱਥੇ ਪਹੁੰਚਿਆ ਸੀ। ਕਾਲੀਕਟ ਦੇ ਵਿੱਚ ਰਾਜਾ ਜੋਮੇਰਿਨ ਉੱਥੋਂ ਦਾ ਜਿਹੜਾ ਇੱਕ ਲੋਕਲ ਰਾਜਾ ਸੀ, ਰਾਜਾ ਜੋਮੇਰਿਨ, ਉਸਨੇ ਕਿਹਾ ਹੈ ਜੀ ਇਸ ਦਾ ਜਿਹੜਾ ਹੈ ਸਵਾਗਤ ਕੀਤਾ ਸੀ। ਤੇ ਇਸ ਵਾਸਕੋ ਡੀ ਗਾਮਾ ਨੇ ਜਿਹੜਾ ਵਪਾਰ ਕੀਤਾ ਸੀ ਮੈਕਸਿਮਮ ਉਹ ਮਸਾਲਿਆਂ ਦਾ ਕੀਤਾ ਜੀ। ਤੇ ਇਸ ਨੇ ਆਪਣੇ ਮਸਾਲਿਆਂ ਦੇ ਵਪਾਰ ਦੇ ਵਿੱਚ 60 ਗੁਣਾ ਮੁਨਾਫਾ ਜਿਹੜਾ ਹੈ ਉਹ ਕਮਾਇਆ ਸੀ। ਠੀਕ ਹੈ। ਪਲਾਸੀ ਦੇ ਯੁੱਧ ਦੇ ਨਾਲ ਕੌਣ ਸੰਬੰਧਿਤ ਨਹੀਂ ਹੈ ਜੀ। ਚਾਰਾਂ ਚੀਜ਼ਾਂ ਵਿੱਚੋਂ ਦੇਖੋ ਮੋਹਨ ਲਾਲ, ਮੀਰ ਮਦਨ, ਮੀਰ ਜਾਫਰ। ਹਾਂਜੀ ਬਿਲਕੁਲ, ਡੀ ਆਪਸ਼ਨ ਜਿਹੜਾ ਹੈ ਜੀ ਇਹ ਹੈਦਰ ਅਲੀ ਜਿਹੜਾ ਹੈ ਇਸ ਨਾਲ ਜੁੜਿਆ ਹੋਇਆ ਨਹੀਂ ਹੈ। ਮੀਰ ਮਦਾਨ, ਮੋਹਨ ਲਾਲ, ਠੀਕ ਹੈ, ਮੋਹਨ ਲਾਲ ਇਹ ਜਿਹੜੇ ਨੇ ਜੀ ਇਹ ਮੀਰ ਜਾਫਰ ਵਗੈਰਾ ਇਹ ਸਾਰੇ ਪਲਾਸੀ ਦੇ ਯੁੱਧ ਦੇ ਨਾਲ ਸੰਬੰਧਿਤ ਨੇ। ਠੀਕ ਹੈ। ਤੇ ਮੀਰ ਜਾਫਰ ਨੇ ਪਲਾਸੀ ਦੇ ਯੁੱਧ ਦੇ ਵਿੱਚ ਗੱਦਾਰੀ ਕੀਤੀ ਸੀ। ਇਹਨਾਂ ਦੋਨਾਂ ਬੰਦਿਆਂ ਨੇ ਕਿਹਾ ਹੈ ਜੀ ਆਪਣੀ ਜਿਹੜੀ ਵਫਾਦਾਰੀ ਹੈ ਉਸ ਦਾ ਸਬੂਤ ਜਿਹੜਾ ਹੈ ਮੀਰ ਸਿਰਾਜੁੱਦੌਲਾ ਦੇ ਸਾਹਮਣੇ ਪੇਸ਼ ਕੀਤਾ ਸੀ। ਠੀਕ ਹੈ। ਹਾਂਜੀ, ਕੁਐਸਚਨ ਨੰਬਰ ਆ ਗਿਆ ਹੈ 6 ਜੀ, ਕਿਸ ਖੇਤਰ ਦੇ ਪ੍ਰਸ਼ਾਸਨ ਦੀ ਦੋਹਰੀ ਪ੍ਰਣਾਲੀ ਅਨੁਭਵ ਕੀਤੀ। ਕਿਸ ਖੇਤਰ ਨੇ ਪ੍ਰਸ਼ਾਸਨ ਦੀ ਦੋਹਰੀ ਪ੍ਰਣਾਲੀ ਅਨੁਭਵ ਕੀਤੀ ਹੈ, ਇਹ ਸਾਰੇ ਬੱਚਿਆਂ ਨੂੰ ਪਤਾ ਹੈ ਜੀ। 6 ਨੰਬਰ ਦਾ ਜਿਹੜਾ ਸਹੀ ਕੁਐਸਚਨ ਦਾ ਆਨਸਰ ਹੈ ਜੀ ਸਾਡਾ ਉਹ ਹੈ ਜੀ ਫਿਰ ਬੰਗਾਲ। ਤੇ ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦਾ ਸਮੇਂ ਜਿਹੜਾ ਰਿਹਾ ਹੈ ਜੀ 1765 ਤੋਂ ਲੈ ਕੇ 1772 ਤੱਕ ਦਾ ਜਿਹੜਾ ਸਮੇਂ ਹੈ ਇਹ ਮੰਨਿਆ ਗਿਆ ਹੈ ਜੀ। ਠੀਕ ਹੈ। ਅੱਗੇ ਚੱਲਦੇ ਹਾਂ ਜੀ ਆਪਾਂ, ਸਾਡੇ ਕੋਲ ਕੁਐਸਚਨ ਨੰਬਰ ਆ ਗਿਆ ਹੈ 7 ਨੰਬਰ। ਤੇ 7 ਨੰਬਰ ਦੇ ਵਿੱਚ ਹੈ ਜੀ ਪਰਮਾਨੈਂਟ ਸੈਟਲਮੈਂਟ। ਪਰਮਾਨੈਂਟ ਸੈਟਲਮੈਂਟ ਜਿਸ ਨੂੰ ਆਪਾਂ ਸਥਾਈ ਬੰਦੋਬਸਤ ਬੋਲਦੇ ਹਾਂ ਜੀ। ਸਥਾਈ ਬੰਦੋਬਸਤ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀ 1793 ਦੇ ਵਿੱਚ। ਠੀਕ ਹੈ। 1793 ਦੇ ਵਿੱਚ ਜੀ ਬੰਗਾਲ, ਬਿਹਾਰ, ਉੜੀਸਾ ਜਿਹੜਾ ਹੈ ਖੇਤਰ ਇਸ ਦੇ ਵਿੱਚ ਸ਼ੁਰੂ ਕੀਤਾ ਗਿਆ। ਲਗਭਗ 19% ਜਿਹੜਾ ਖੇਤਰ ਸੀ ਇਸ ਦੇ ਅੰਦਰ ਵਿੱਚ ਜਿਹੜਾ ਆਇਆ ਸੀ ਬ੍ਰਿਟਿਸ਼ ਭਾਰਤ ਦਾ। ਠੀਕ ਹੈ। 8 ਨੰਬਰ ਕੁਐਸਚਨ ਦੇਖੋ ਜੀ ਸਾਰੇ ਬੱਚੇ ਧਿਆਨ ਨਾਲ। 8 ਨੰਬਰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਜੀ ਸਾਡੇ ਕੋਲੋਂ ਮੰਗਲ ਪਾਂਡੇ ਜਿਹੜਾ ਸੀਗਾ ਜੀ ਇਸਨੇ ਬਗਾਵਤ ਕੀਤੀ ਸੀ, ਕਿੱਥੋਂ ਕੀਤੀ ਸੀ, ਤਾਂ ਉਹ ਸੀ ਸਾਡੇ ਕੋਲ ਕੁਐਸਚਨ ਨੰਬਰ ਆਨਸਰ ਹੋ ਜਾਏਗਾ ਜੀ ਇਸ ਦਾ ਬੈਰਕਪੁਰ। ਠੀਕ ਹੈ। ਤੇ ਇਸ ਬੈਰਕਪੁਰ ਦੇ ਵਿੱਚ ਕਿਹਾ ਹੈ ਜੀ ਇਸਨੇ ਜਦੋਂ ਬਗਾਵਤ ਕੀਤੀ ਬਾਅਦ ਵਿੱਚ ਮੰਗਲ ਪਾਂਡੇ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਕਿਹਾ ਹੈ ਜੀ 8 ਅਪ੍ਰੈਲ 1857 ਜਿਹੜਾ 57 ਹੈ ਜੀ ਉਦੋਂ ਇਹਨਾਂ ਨੂੰ ਕਿਹਾ ਹੈ ਫਾਂਸੀ ਦੀ ਸਜ਼ਾ ਜਿਹੜੀ ਹੈ ਅੰਗਰੇਜ਼ਾਂ ਦੁਆਰਾ ਦੇ ਦਿੱਤੀ ਗਈ ਸੀ। ਮੇਰਠ ਦੀ ਬਗਾਵਤ ਜਿਹੜੀ ਹੈ ਕਦੋਂ ਸ਼ੁਰੂ ਹੋਈ ਸੀ ਜੀ, ਇਸ ਦੇ ਵਿੱਚ ਡੇਟਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ। ਮੇਰਠ ਦੇ ਵਿੱਚੋਂ ਸੈਨਿਕਾਂ ਨੇ ਬਗਾਵਤ ਕਰਕੇ 10 ਮਈ 1857 ਈਸਵੀ ਨੂੰ ਚੱਲ ਪਏ ਨੇ ਕਿੱਧਰ ਨੂੰ, ਤਾਂ ਦਿੱਲੀ ਨੂੰ। 11 ਮਈ ਨੂੰ ਇਹ ਦਿੱਲੀ ਪਹੁੰਚ ਗਏ ਨੇ ਤੇ 12 ਮਈ ਨੂੰ ਇਹਨਾਂ ਨੇ ਦਿੱਲੀ ਦੇ ਵਿੱਚ ਕਿਹਾ ਹੈ ਜੀ ਆਪਣਾ ਅਧਿਕਾਰ ਕਰ ਲਿਆ। ਤੇ ਜਿਹੜਾ ਬਹਾਦਰ ਸ਼ਾਹ ਉਸ ਸਮੇਂ ਦਾ ਬਾਦਸ਼ਾਹ ਸੀ ਉਸ ਬਾਦਸ਼ਾਹ ਨੂੰ ਕਿਹਾ ਹੈ ਇਹਨਾਂ ਨੇ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਹੈ ਘੋਸ਼ਿਤ ਕਰ ਦਿੱਤਾ ਸੀ। ਠੀਕ ਹੈ।
ਇਹ ਸੀ ਆਪਣਾ 9 ਨੰਬਰ ਕੁਐਸਚਨ ਜੀ। ਜਿਹੜੇ ਫੈਕਟ ਆਪਾਂ ਇਸ ਦੇ ਨਾਲ ਜਿਹੜੇ ਮੈਚ ਕਰ ਰਹੇ ਹਾਂ ਜੀ, ਇਹਨਾਂ ਦੇ ਬਾਰੇ ਵਿੱਚ ਵੀ ਬੜੀ ਸੰਜੀਦਗੀ ਦੇ ਨਾਲ ਤੁਸੀਂ ਧਿਆਨ ਦੇਣਾ ਹੈ। ਕਿਆ ਪਤਾ ਇਹਨਾਂ ਫੈਕਟਸ ਦੇ ਵਿੱਚੋਂ ਹੀ ਕੋਈ ਕੁਐਸਚਨ ਬਣ ਜਾਵੇ, ਠੀਕ ਹੈ ਨਾ। ਲਾਰਡ ਹੈਨਰੀ ਲਾਰੈਂਸ ਸਰਕਾਰੀ ਰਿਹਾਇਸ਼ ਵਿੱਚ ਮਰਿਆ ਸੀ। ਆਗਰਾ, ਲਖਨਊ, ਦਿੱਲੀ, ਗਵਾਲੀਅਰ। ਤਾਂ ਚਾਰੋਂ ਆਪਸ਼ਨਾਂ ਦੇ ਵਿੱਚ ਜਿਹੜਾ ਸਾਡੇ ਕੋਲ ਸਹੀ ਆਨਸਰ ਹੈ ਜੀ, ਉਹ ਹੈ ਜੀ ਲਖਨਊ। ਲਖਨਊ ਇਸ ਦੀ ਰਿਹਾਇਸ਼ ਸੀ ਜਿੱਥੇ ਇਹ ਕਿਆ ਹੈ ਜੀ ਮਾਰਿਆ ਗਿਆ ਸੀ, ਠੀਕ ਹੈ ਜੀ, ਹੈਨਰੀ ਲਾਰੈਂਸ। ਬਹੁਤ ਵਧੀਆ ਜੀ, ਅੱਗੇ ਚੱਲਦੇ ਹਾਂ ਸਾਰੇ ਬੱਚੇ। ਕਲਕੱਤਾ, ਬੰਬਈ, ਮਦਰਾਸ ਯੂਨੀਵਰਸਿਟੀਆਂ ਇਸ ਨਾਲ ਸੰਬੰਧਿਤ ਹੋਈਆਂ ਸਨ। ਕਲਕੱਤਾ, ਬੰਬਈ, ਮਦਰਾਸ ਯੂਨੀਵਰਸਿਟੀਆਂ ਇਸ ਨਾਲ ਸੰਬੰਧਿਤ ਹੋਈਆਂ ਸਨ, ਮਤਲਬ ਕੋਈ ਐਕਟ ਆਇਆ ਸੀ ਉਸ ਸਨ ਦੇ ਵਿੱਚ, ਉਸ ਦੇ ਬਾਰੇ ਵਿੱਚ ਪੁੱਛਿਆ ਗਿਆ ਹੈ ਵੀ ਕਿਹੜੇ ਸਨ ਦੇ ਵਿੱਚ ਇਹਨਾਂ ਨੂੰ ਬਣਾਇਆ ਗਿਆ ਸੀ। 11 ਨੰਬਰ ਦਾ ਸਹੀ ਆਨਸਰ ਜਿਹੜਾ ਹੈ ਜੀ ਸਾਡੇ ਕੋਲ ਉਹ ਹੈ ਜੀ ਫਿਰ ਇਸ ਦਾ ਕਿਆ, ਤਾਂ ਬੀ ਆਨਸਰ ਬਿਲਕੁਲ ਰਾਈਟ ਹੈ ਜੀ 11 ਨੰਬਰ ਦਾ, ਬਿਲਕੁਲ ਜੀ 1857, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। ਕੁਐਸਚਨ ਨੰਬਰ ਹੈ ਸਾਡੇ ਕੋਲ 12 ਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੈਸ਼ਨ ਹੋਇਆ ਸੀ। ਪਹਿਲਾ ਸੈਸ਼ਨ ਕਿੱਥੇ ਹੋਇਆ ਸੀ ਜੀ 12 ਨੰਬਰ ਦਾ, ਤਾਂ ਇਹ ਹੈ ਜੀ ਸਾਡੇ ਕੋਲ ਕੁਐਸਚਨ ਨੰਬਰ ਬੰਬਈ। ਤੇ ਇਹ ਬੰਬਈ ਵਾਲਾ ਹੋਣਾ ਕਿੱਥੇ ਸੀ, ਤਾਂ ਇਹ ਹੋਣਾ ਸੀ ਪੂਨਾ। ਲੇਕਿਨ ਪੂਨਾ ਦੇ ਵਿੱਚ ਪਲੈਗ ਬਿਮਾਰੀ ਫੈਲੀ ਹੋਈ ਸੀ, ਜਿਸ ਦੀ ਵਜ੍ਹਾ ਨਾਲ ਕਿਆ ਹੈ ਇਸ ਦਾ ਫਿਰ ਜਿਹੜਾ ਟਾਈਮ ਪੀਰੀਅਡ ਹੈ, ਸੌਰੀ ਇਸ ਦੀ ਜਿਹੜੀ ਲੋਕੇਸ਼ਨ ਹੈ ਉਹ ਬਦਲ ਕੇ ਕਿੱਥੇ ਕਰਾ ਦਿੱਤੀ ਗਈ ਸੀ, ਬੰਬਈ, ਠੀਕ ਹੈ ਜੀ। 13 ਨੰਬਰ ਕੁਐਸਚਨ ਦੇਖੋ ਸਾਰੇ ਬੱਚੇ ਧਿਆਨ ਨਾਲ। ਭਾਰਤੀ ਰਾਸ਼ਟਰੀ ਕਾਂਗਰਸ ਦਾ ਤੀਸਰਾ ਸੈਸ਼ਨ ਹੋਇਆ ਸੀ। ਤੀਸਰਾ ਸੈਸ਼ਨ ਪੁੱਛਿਆ ਗਿਆ ਹੈ ਜੀ, ਉਹ ਤਾਂ ਪਹਿਲਾ ਸੀ, ਇੱਥੇ ਤੀਸਰੇ ਸੈਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਤੇ ਤੀਸਰਾ ਸੈਸ਼ਨ ਜਿਹੜਾ ਹੋਇਆ ਸੀ ਇਸ ਦੇ ਵਿੱਚ ਹੋਇਆ ਹੈ ਜੀ ਇਹ ਮਦਰਾਸ ਦੇ ਵਿੱਚ, ਠੀਕ ਹੈ ਜੀ, ਯਾਦ ਰੱਖਿਆ ਜੀ ਇਸ ਨੂੰ। 14 ਨੰਬਰ ਕੁਐਸਚਨ ਹੈ ਸਾਡੇ ਕੋਲ। ਭਾਰਤੀ ਰਾਸ਼ਟਰੀ ਕਾਂਗਰਸ ਦੇ ਨਰਮ ਖਿਆਲੀਆ ਲੀਡਰ ਦੀ ਪਹਿਚਾਣ ਕਰੋ। ਇਹਨਾਂ ਦੇ ਵਿੱਚੋਂ ਨਰਮ ਦਲ ਵਾਲਾ ਨੇਤਾ ਜਿਹੜਾ ਹੈ ਜੀ ਉਹ ਤੁਸੀਂ ਦੱਸਣਾ ਹੈ, ਠੀਕ ਹੈ। ਨਰਮ ਦਲ ਵਾਲੇ ਜਿਹੜੇ ਨੇਤਾ ਦੱਸਣੇ ਜੀ ਉਹ ਹੈ ਜੀ ਸਾਡੇ ਕੋਲ ਦਾਦਾ ਭਾਈ ਨਰੋਜੀ। ਡੀ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡਾ, ਠੀਕ ਹੈ। ਤੇ ਇਹ ਜਿਹੜੇ ਰਹੇ ਨੇ ਗਰਮ ਦਲ ਦੇ ਰਹੇ ਨੇ, ਇਹ ਬਾਲਪਾਲ ਲਾਲ ਤੇ ਅਰਬਿੰਦੋ ਘੋਸ਼, ਇਹ ਜਿਹੜੇ ਨੇ ਜੀ ਗਰਮ ਦਲ ਦੇ ਨੇਤਾ ਰਹੇ ਨੇ। ਦਾਦਾ ਭਾਈ ਨਰੋਜੀ, ਫਿਰੋਜ਼ ਸ਼ਾਹ ਮਹਿਤਾ, ਗੋਪਾਲ ਕ੍ਰਿਸ਼ਨ ਗੋਖਲੇ, ਠੀਕ ਹੈ, ਇਹ ਜਿੰਨੇ ਵੀ ਆਪਾਂ ਸੁਰਿੰਦਰਨਾਥ ਬੈਨਰਜੀ ਵਗੈਰਾ, ਇਹ ਸਾਰੇ ਜਿਹੜੇ ਰਹੇ ਨੇ ਇਹ ਨਰਮ ਦਲ ਦੇ ਨੇਤਾ ਰਹੇ ਨੇ। ਗਰਮ ਅਤੇ ਨਰਮ ਦਲ ਵਿੱਚ ਕਾਂਗਰਸ 1707 ਦੇ ਵਿੱਚ ਸੂਰਤ ਅਧਿਵੇਸ਼ਨ ਦੇ ਵਿੱਚ ਜਿਹੜੀ ਹੈ ਇਸ ਦੀ ਵੰਡ ਹੋਈ ਸੀ। ਰਾਸ ਬਿਹਾਰੀ ਘੋਸ਼ ਨੇ ਇਸ ਦੀ ਕਿਆ ਹੈ ਜੀ ਪ੍ਰਧਾਨਗੀ ਕੀਤੀ ਸੀ ਇਸ ਅਧਿਵੇਸ਼ਨ ਦੀ, ਸੂਰਤ ਵਾਲੇ ਦੀ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। 15 ਨੰਬਰ ਕੁਐਸਚਨ ਸਾਡੇ ਕੋਲੇ ਆ ਚੁੱਕਾ ਹੈ। ਗਦਰ ਪਾਰਟੀ ਦੇ ਲੀਡਰ ਦੀ ਪਹਿਚਾਣ ਕਰਨੀ ਹੈ ਜੀ। ਗਦਰ ਪਾਰਟੀ ਦਾ ਲੀਡਰ ਦੱਸਣਾ ਹੈ ਇਹਨਾਂ ਦੇ ਵਿੱਚੋਂ ਕੌਣ ਸੀ ਜੀ, ਤੇ ਸਹੀ ਆਨਸਰ ਹੋ ਜਾਏਗਾ ਸਾਡਾ ਫਿਰ ਕਿਆ, ਸੀ ਆਪਸ਼ਨ, ਠੀਕ ਹੈ ਜੀ। ਅੱਗੇ ਹੈ ਜੀ ਕਾਮਾਗਾਟਾ ਮਾਰੂ। ਕਾਮਾਗਾਟਾ ਮਾਰੂ ਕਿਆ ਸੀ, ਇੱਕ ਸਮੁੰਦਰੀ ਜਹਾਜ਼, ਇੱਕ ਕੈਨੇਡੀ ਸਮੁੰਦਰੀ ਜਹਾਜ਼, ਤਾਂ ਇਹ ਸੀਗਾ ਜੀ ਬੀ ਆਪਸ਼ਨ। ਇੱਕ ਜਾਪਾਨੀ ਸਮੁੰਦਰੀ ਜਹਾਜ਼ ਜਿਹੜਾ ਹੈ ਜੀ ਇਹ ਰਿਹਾ ਹੈ ਸਾਡਾ, ਠੀਕ ਹੈ, ਬੀ ਆਪਸ਼ਨ ਬਿਲਕੁਲ ਰਾਈਟ ਹੈ ਜੀ। ਤੇ 376 ਕੁ ਇਸ ਦੇ ਵਿੱਚ ਜਿਹੜੇ ਯਾਤਰੀ ਸੀ ਉਹਨਾਂ ਨੂੰ ਲੈ ਕੇ ਕਿਹਾ ਹੈ ਜੀ ਜਾਪਾਨ ਤੋਂ ਕੈਨੇਡਾ ਵੱਲ ਜਾ ਰਹੇ ਸੀਗੇ। ਤੇ ਯਾਦ ਹੈ ਤੁਸੀਂ ਇਸ ਕਨਸੈਪਟ ਨੂੰ ਸਾਰਾ ਜਾਣਦੇ ਹੋ ਸਾਰੇ ਬੱਚੇ। ਅੱਗੇ ਚੱਲਦੇ ਹਾਂ ਜੀ ਆਪਾਂ। 17 ਨੰਬਰ ਕੁਐਸਚਨ ਹੈ ਸਾਡੇ ਕੋਲ। ਜਲਿਆਂਵਾਲਾ ਬਾਗ ਦਾ ਕਤਲੇਆਮ ਨਾਲ ਕੌਣ ਨਹੀਂ ਜੁੜਿਆ ਹੋਇਆ? ਜਨਰਲ ਡਾਇਰ, ਡਾਕਟਰ ਸਤਪਾਲ, ਸੈਫੂਦੀਨ, ਸਰਦਾਰ ਅਜੀਤ ਸਿੰਘ। ਤਾਂ ਬਿਲਕੁਲ ਸਹੀ ਆਨਸਰ ਹੈ ਜੀ ਸਾਡਾ ਜਿਹੜਾ ਇਸ ਦੇ ਵਿੱਚ ਹੋਏਗਾ ਜੀ ਉਹ ਹੈ ਸਰਦਾਰ ਅਜੀਤ ਸਿੰਘ ਜੀ, ਠੀਕ ਹੈ। ਇਹ ਭਗਤ ਸਿੰਘ ਜੀ ਚਾਚਾ ਜੀ ਸਨ, ਇਹਨਾਂ ਦਾ ਕੋਈ ਵੀ ਸੰਬੰਧ ਨਹੀਂ ਹੈ। ਡਾਕਟਰ ਸਤਪਾਲ ਤੇ ਡਾਕਟਰ ਜਿਹੜਾ ਕਿਚਲੂ ਸੀ, ਇਹਨਾਂ ਦੋਨਾਂ ਨੂੰ ਕਿਹਾ ਹੈ ਜੀ ਗ੍ਰਿਫਤਾਰ ਕਰ ਲਿਆ ਗਿਆ ਸੀ। ਰੋਲਟ ਐਕਟ ਜਿਹੜਾ ਬਣਾਇਆ ਗਿਆ ਸੀ ਰੋਲਟ ਐਕਟ ਦੇ ਥਰੂ, ਤੇ ਐਸੇ ਦਾ ਹੀ ਜਿਹੜਾ ਵਿਰੋਧ ਕਰਨ ਵਾਸਤੇ ਜਨਤਾ ਗਈ ਤੇ ਜਨਰਲ ਡਾਇਰ ਜਿਹੜਾ ਸੀ ਇਸਨੇ ਗੋਲੀ ਚਲਾਈ ਸੀ, ਠੀਕ ਹੈ ਜੀ। ਹਾਂਜੀ, 13 ਅਪ੍ਰੈਲ 1919 ਦੀ ਗੱਲ ਹੈ ਜੀ। ਡਾਂਡੀ ਮਾਰਚ ਜਾਣਿਆ ਜਾਂਦਾ ਹੈ। ਡਾਂਡੀ ਮਾਰਚ ਕਿਸ ਨੂੰ, ਡਾਂਡੀ ਮਾਰਚ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਜੀ? ਤਾਂ ਇਹ ਯਾਦ ਰੱਖਿਆ ਜੀ 18 ਨੰਬਰ ਦਾ ਸੀ, ਇਹ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡਾ, ਠੀਕ ਹੈ। ਨਮਕ ਸੱਤਿਆਗ੍ਰਹਿ। ਤੇ ਇਸ ਚੀਜ਼ ਦਾ ਤੁਹਾਨੂੰ ਪਤਾ ਹੈ ਜੀ ਇਸ ਡਾਂਡੀ ਮਾਰਚ ਦੇ ਵਿੱਚ 384-85 ਕਿਲੋਮੀਟਰ ਦੀ ਜਿਹੜੀ ਸਫ਼ਰ ਹੈ ਇਹਨਾਂ ਨੇ ਤੈਅ ਕੀਤਾ, 254 ਮੀਲ ਦਾ। ਤੇ ਗਾਂਧੀ ਜੀ ਦੇ ਨਾਲ 78 ਅਨੁਯਾਈ ਸਨ ਤੇ ਨਾਲ ਖੁਦ ਸਨ, ਤਾਂ ਮਤਲਬ ਟੋਟਲ ਬੰਦੇ 79। ਸੱਤਿਆਗ੍ਰਹਿ ਆਸ਼ਰਮ ਤੋਂ ਇਹਨਾਂ ਨੇ, ਸਾਬਰਮਤੀ ਆਸ਼ਰਮ ਤੋਂ ਸ਼ੁਰੂ ਕੀਤਾ ਇਹਨਾਂ ਨੇ ਆਪਣਾ ਇਹ ਮਾਰਚ, ਤੇ ਡਾਂਡੀ ਪਹੁੰਚ ਕੇ ਇਹਨਾਂ ਨੇ ਆਪਣਾ ਜਿਹੜਾ ਨਮਕ ਹੈ ਗਾਂਧੀ ਜੀ ਨੇ ਆਪਣੇ ਹੱਥਾਂ ਦੇ ਨਾਲ ਕਿਹਾ ਹੈ ਜੀ ਉਸਨੇ ਬਣਾਇਆ ਸੀ। 19 ਨੰਬਰ ਦਾ ਸਹੀ ਆਨਸਰ ਹੈ ਜੀ ਸਾਡੇ ਕੋਲ 1931 ਬਿਲਕੁਲ ਸਹੀ ਆਨਸਰ ਹੈ ਜੀ। 23 ਮਾਰਚ 1931 ਦੇ ਆਸ-ਪਾਸ ਦੀ ਡੇਟ ਹੈ ਜੀ ਇਹ ਸਾਰੀ। 1942 ਦੇ ਵਿੱਚ ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੇਖੋ ਕਦੋਂ ਗ੍ਰਿਫਤਾਰ ਕੀਤਾ, 1942 ਦੇ ਵਿੱਚ ਨਾ ਭਾਰਤ ਛੱਡੋ ਅੰਦੋਲਨ ਸੀ, ਤੇ ਭਾਰਤ ਛੱਡੋ ਅੰਦੋਲਨ ਜਿਹੜਾ ਚੱਲਿਆ ਸੀ ਨਾ, ਇਹ ਚੱਲਿਆ ਸੀਗਾ ਜੀ 8 ਅਗਸਤ, ਠੀਕ ਹੈ। 8 ਅਗਸਤ 1942 ਨੂੰ ਇਸ ਅੰਦੋਲਨ ਦੀ ਘੋਸ਼ਣਾ ਹੋਈ, ਤੇ ਅੱਗੇ ਜਾ ਕੇ 9 ਅਗਸਤ ਜਿਹੜਾ ਹੈ ਜੀ 9 ਅਗਸਤ 1942 ਨੂੰ ਸਾਰੇ ਜਿੰਨੇ ਲੀਡਰ ਨੇ ਉਹਨਾਂ ਨੂੰ ਕਿਹਾ ਹੈ ਜੀ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਦੇ ਵਿੱਚ ਮਹਾਤਮਾ ਗਾਂਧੀ ਜੀ, ਜਵਾਹਰ ਲਾਲ ਨਹਿਰੂ, ਪ੍ਰਮੁੱਖ ਲੀਡਰ ਸਾਰੇ ਹੀ ਗ੍ਰਿਫਤਾਰ ਕਰ ਲਏ ਗਏ ਸਨ। 21 ਨੰਬਰ ਕੁਐਸਚਨ ਹੈ ਜੀ। ਭਾਰਤ ਵਿੱਚ ਵਾਇਸਰਾਏ ਦੇ ਤੌਰ ਤੇ ਲਾਰਡ ਵੈਵਲ ਦਾ ਉੱਤਰਾਧਿਕਾਰੀ ਕੌਣ ਸੀ? ਲਾਰਡ ਵੈਵਲ ਬਿਲਕੁਲ ਜੀ 21 ਨੰਬਰ ਦਾ ਸਹੀ ਆਨਸਰ ਦਿਓ ਜੀ। ਇਹ ਹੈ ਤਾਂ ਫਿਰ ਸਾਡੇ ਕੋਲ ਲਾਰਡ ਮਾਊਂਟਬੈਟਨ, ਠੀਕ ਹੈ ਜੀ, ਮਾਊਂਟਬੈਟਨ ਜੀ। 1947 ਦੇ ਵਿੱਚ ਲਾਰਡ ਮਾਊਂਟਬੈਟਨ ਆਏ ਸਨ, ਤੇ 1946 ਦੇ ਵਿੱਚ ਜਿਹੜੇ ਨੇ ਜੀ ਆ ਸਾਡੇ
ਵਾਇਸਰਾਏ ਜਿਹੜੇ ਸੀਗੇ ਉਹ ਲਾਰਡ ਵੇਵਲ, ਇਹਨਾਂ ਨੂੰ ਹਟਾ ਕੇ ਜਿਹੜਾ ਹੈ ਲਾਰਡ ਮਾਊਂਟਬੈਟਨ ਨੂੰ ਬਣਾਇਆ ਗਿਆ ਤੇ ਲਾਰਡ ਮਾਊਂਟਬੈਟਨ ਦੀ ਯੋਜਨਾ ਦੇ ਉੱਪਰ ਹੀ ਭਾਰਤ ਅਤੇ ਪਾਕਿਸਤਾਨ ਦੀ ਜਿਹੜੀ ਵੰਡ ਹੈ ਉਹ ਹੋਈ ਸੀ। ਠੀਕ ਹੈ ਜੀ, ਇਹ ਇਸ ਪ੍ਰਕਾਰ ਜਿਹੜੀ ਹੈ ਗੱਲਬਾਤ ਆਪਾਂ ਕਹਿ ਸਕਦੇ ਹਾਂ ਚੱਲੀ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਕੁਐਸਚਨ ਨੰਬਰ ਸਾਡੇ ਕੋਲੇ ਆ ਗਿਆ ਹੈ 22 ਨੰਬਰ ਤੇ 22 ਨੰਬਰ ਕੁਐਸਚਨ ਦੇ ਵਿੱਚ ਦੇਖੋ ਸਾਰੇ ਬੱਚੇ ਧਿਆਨ ਨਾਲ, ਕਿਆ ਪੁੱਛਿਆ ਗਿਆ ਹੈ ਜੀ, ਹੂ ਵਾਸ ਦਾ ਫਸਟ ਵੰਡ ਤੋਂ ਪਹਿਲਾਂ ਪੰਜਾਬ ਦਾ ਆਖਰੀ ਪ੍ਰਧਾਨ ਕੌਣ ਸੀ? ਵੰਡ ਤੋਂ ਪਹਿਲਾਂ ਪੰਜਾਬ ਦਾ ਆਖਰੀ ਪ੍ਰਧਾਨ ਕੌਣ ਸੀ ਵੰਡ ਤੋਂ ਪਹਿਲਾਂ? ਧਿਆਨ ਨਾਲ ਦੇਖੋ ਜੀ, 22 ਨੰਬਰ ਕੁਐਸਚਨ ਹੈ ਸਾਡੇ ਕੋਲ ਤੇ ਇਸ ਦਾ ਯਾਦ ਰੱਖਿਆ ਜੀ ਖਿਜ਼ਰ ਹਯਾਤ ਖਾਨ। ਠੀਕ ਹੈ ਜੀ, ਖਿਜ਼ਰ ਹਯਾਤ ਖਾਨ ਬਿਲਕੁਲ ਰਾਈਟ ਆਂਸਰ ਹੈ ਜੀ ਸਾਡਾ, ਬਿਲਕੁਲ ਰਾਈਟ ਆਂਸਰ। ਠੀਕ ਹੈ ਜੀ, ਅੱਗੇ ਚੱਲਦੇ ਹਾਂ। 23 ਨੰਬਰ ਕੁਐਸਚਨ ਹੈ ਸਾਡੇ ਕੋਲ, ਭਾਰਤੀ ਸੁਤੰਤਰਤਾ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? 23 ਨੰਬਰ ਕੁਐਸਚਨ ਹੈ ਜੀ ਤੇ ਇਹ ਹੈ ਜੀ ਸਾਡੇ ਕੋਲ ਕਲਾਈਮੇਟ ਐਟਲੀ। ਕਲਾਈਮੇਟ ਐਟਲੀ ਉਸ ਸਮੇਂ ਦੇ ਪੀਐਮ ਰਹੇ ਨੇ, ਪ੍ਰਧਾਨ ਮੰਤਰੀ ਰਹੇ ਨੇ ਬ੍ਰਿਟੇਨ ਦੇ, ਇੰਗਲੈਂਡ ਦੇ, ਜਦੋਂ ਭਾਰਤ ਨੂੰ ਆਜ਼ਾਦੀ ਜਿਹੜੀ ਹੈ ਮਿਲੀ ਸੀ। ਠੀਕ ਹੈ ਜੀ, ਕਲਾਈਮੇਟ ਐਟਲੀ। 24 ਨੰਬਰ ਕੁਐਸਚਨ ਸਾਡੇ ਕੋਲੇ ਆ ਚੁੱਕਾ ਹੈ ਜੀ ਤੇ ਕਿਸ ਦੇਸ਼ ਨੂੰ ਪੁਨਰ ਜਾਗ੍ਰਿਤੀ ਦਾ ਘਰ ਮੰਨਿਆ ਜਾਂਦਾ ਹੈ? ਸਾਰੇ ਬੱਚਿਆਂ ਨੂੰ ਇਸ ਦਾ ਬਹੁਤ ਵਧੀਆ ਤਰੀਕੇ ਨਾਲ ਸਾਰੇ ਬੱਚੇ ਜਾਣਦੇ ਨੇ, ਬਹੁਤ ਹੀ ਆਸਾਨ ਪੇਪਰ ਸੀ ਆ ਤੇ 24 ਨੰਬਰ ਦਾ ਸਹੀ ਆਂਸਰ ਹੈ ਜੀ ਸਾਡਾ ਉਹ ਹੈ ਜੀ ਫਿਰ ਇਟਲੀ। ਠੀਕ ਹੈ ਜੀ, ਇਟਲੀ ਨੂੰ ਮੰਨਿਆ ਗਿਆ ਹੈ ਜੀ। ਤੇ ਗੱਲ ਹੈ ਜੀ ਮੋਨੋਲਿਸਾ ਇਸ ਦਾ ਕ੍ਰੀਏਸ਼ਨ ਆਫ, ਮੋਨੋਲਿਸਾ ਕਿਸ ਦੀ ਰਚਨਾ ਹੈ? ਤਾਂ ਦੇਖੋ ਸਾਰੇ ਬੱਚਿਆਂ ਨੂੰ ਪਤਾ ਹੈ ਜੀ ਇਸ ਦਾ, ਤੇ 25 ਨੰਬਰ ਦਾ ਸਹੀ ਆਂਸਰ ਹੈ ਜੀ ਸਾਡੇ ਕੋਲ ਉਹ ਹੈ ਜੀ ਏ ਆਪਸ਼ਨ। ਠੀਕ ਹੈ, ਏ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡੀ, ਤੇ ਏ ਆਪਸ਼ਨ ਦੇ ਵਿੱਚ ਮੋਨੋਲਿਸਾ ਦਾ ਵਿੰਸੀ ਦੀ। ਠੀਕ ਹੈ ਜੀ, ਪੋਪ ਦੀ ਸੀਟ ਕਿੱਥੇ ਸਥਿਤ ਹੈ? ਤਾਂ ਪੋਪ ਦੀ ਸੀਟ ਕਿੱਥੇ ਸਥਿਤ ਹੈ ਜੀ? ਰੋਮ, ਪੈਰਿਸ, ਵੀਨੀਆ, ਫਲੋਰੈਂਟਾਈਨ। ਠੀਕ ਹੈ ਜੀ, ਤਾਂ ਇਹ ਹੈ ਜੀ ਸਾਡੇ ਕੋਲ ਆਨਸਰ ਇਸ ਦਾ ਬਣਿਆ ਫਿਰ ਪੋਪ ਦੀ ਸੀਟ। 26 ਨੰਬਰ ਦਾ ਸਹੀ ਆਨਸਰ ਹੈ ਜੀ ਸਾਡਾ ਰੋਮ। ਠੀਕ ਹੈ ਜੀ, ਰੋਮ ਦੇ ਵਿੱਚ ਕਿਆ ਹੈ ਜੀ ਆ ਪੋਪ ਦੀ ਸੀਟ ਜਿਹੜੀ ਹੈ ਮੰਨੀ ਜਾਂਦੀ ਹੈ। ਠੀਕ ਹੈ ਜੀ, ਅੱਗੇ ਹੈ ਜੀ ਸਾਡੇ ਕੋਲ ਮਾਰਟਿਨ ਲੂਥਰ ਸੰਬੰਧਿਤ ਸੀ ਪ੍ਰੋਟੈਸਟੈਂਟ ਮਤ ਦੇ ਨਾਲ। ਬਿਲਕੁਲ ਜੀ, ਇਹ ਸਹੀ ਆਨਸਰ ਹੈ ਸਾਡਾ, ਬੀ ਆਪਸ਼ਨ ਬਿਲਕੁਲ ਰਾਈਟ ਹੈ ਜੀ, ਪ੍ਰੋਟੈਸਟੈਂਟ ਮਤ ਦੇ ਨਾਲ। ਤੇ ਅੱਗੇ ਕੁਐਸਚਨ ਆ ਗਿਆ ਹੈ ਸਾਡੇ ਕੋਲ 28 ਨੰਬਰ, ਅਮਰੀਕੀ ਮਿਲਟਰੀ ਪਹਿਲੇ ਵਿਸ਼ਵ ਯੁੱਧ ਵਿੱਚ ਕਦੋਂ ਸ਼ਾਮਿਲ ਹੋਈ ਸੀ? ਅਮਰੀਕੀ ਮਿਲਟਰੀ 28 ਨੰਬਰ ਦੇ ਵਿੱਚ ਜੀ, ਤਾਂ ਇਹ ਹੈ ਜੀ ਸਾਡੇ ਕੋਲ 1917। ਠੀਕ ਹੈ ਜੀ, 1917 ਬਿਲਕੁਲ ਰਾਈਟ ਹੈ ਜੀ ਆਨਸਰ ਹੈ ਸਾਡਾ। 1917 ਦੇ ਵਿੱਚ ਹੀ ਗਾਂਧੀ ਜੀ ਨੇ ਚੰਪਾਰਣ ਜਿਹੜਾ ਕੀਤਾ ਸੀ, ਰਾਜਕੁਮਾਰ ਸ਼ੁਕਲ ਨੀਲ ਖੇਤੀ ਦੇ ਨਾਲ ਸੰਬੰਧਿਤ ਬਿਹਾਰ ਦੇ ਵਿੱਚ ਇੱਕ ਜਗ੍ਹਾ। ਠੀਕ ਹੈ ਜੀ, ਜਾਣਦੇ ਹੋ ਸਾਰੀਆਂ ਚੀਜ਼ਾਂ ਤੁਸੀਂ। ਤਾਂ ਇੱਕ ਸੰਨ ਸੀ, ਸੰਨ ਦੇ ਨਾਲ ਆਪਾਂ ਜੁੜੀਆਂ ਚੀਜ਼ਾਂ ਨੂੰ ਦੇਖਿਆ। ਅੱਗੇ ਕੁਐਸਚਨ ਆ ਗਿਆ ਹੈ ਸਾਡੇ ਕੋਲ ਜੀ 29 ਨੰਬਰ ਦੀ, ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਜਿਹੜਾ ਆਪਾਂ ਪੁੱਛਿਆ ਗਿਆ ਹੈ ਜੀ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ? ਤਾਂ ਇਹ ਹੈ ਜੀ ਸੀ ਆਪਸ਼ਨ ਬਿਲਕੁਲ ਰੂਜ਼ਵੈਲਟ। ਠੀਕ ਹੈ, FD ਰੂਜ਼ਵੈਲਟ ਬਿਲਕੁਲ ਜੀ। ਕੁਐਸਚਨ ਨੰਬਰ ਆ ਗਿਆ ਹੈ ਸਾਡੇ ਕੋਲ 30 ਨੰਬਰ ਤੇ 30 ਨੰਬਰ ਕੁਐਸਚਨ ਦੇ ਵਿੱਚ ਹੈ ਜੀ ਪਹਿਲੇ ਵਿਸ਼ਵ ਯੁੱਧ ਵਿੱਚ ਕਿਹੜੇ ਦੇਸ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ? ਫਰਾਂਸ, ਜਰਮਨੀ, ਰੂਸ, ਸਪੇਨ। ਤਾਂ ਇਹ ਹੋ ਜਾਏਗਾ ਜੀ ਸਾਡੇ ਕੋਲ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜਰਮਨੀ। ਠੀਕ ਹੈ ਜੀ, ਵਰਸਾਏ ਦੀ ਸੰਧੀਆਂ ਵਗੈਰਾ ਜਿਹੜੀਆਂ ਇਸ ਦੇ ਨਾਲ ਹੋਈਆਂ ਜੀ, ਇਹ ਚੀਜ਼ਾਂ ਜਾਣਦੇ ਹੋ ਤੁਸੀਂ। ਹਾਂਜੀ ਠੀਕ ਹੈ ਜੀ, 30 ਨੰਬਰ ਜਿਹੜਾ ਆਨਸਰ ਹੋਇਆ ਸਾਡਾ ਜਰਮਨੀ। 31 ਨੰਬਰ ਕੁਐਸਚਨ ਸਾਡੇ ਕੋਲੇ ਆ ਚੁੱਕਾ ਹੈ, ਦੂਸਰੇ ਵਿਸ਼ਵ ਯੁੱਧ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਨਿਵਿਲ ਚੋਬਰਲਿਨ, ਕਲੇਮੈਂਟ ਐਟਲੀ, ਵਿੰਸਟਨ ਚਰਚਿਲ, ਲਾਈਸ ਮਾਊਂਟਬੈਟਨ। 31 ਨੰਬਰ ਦਾ ਸਹੀ ਆਨਸਰ ਜਿਹੜਾ ਹੈ ਜੀ ਇਹ ਹੈ ਜੀ ਫਿਰ ਸਾਡੇ ਕੋਲ ਏ ਆਪਸ਼ਨ। ਠੀਕ ਹੈ ਜੀ, ਏ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡਾ, ਨਿਵਿਨ ਚੋਬਰਲਿਨ। ਠੀਕ ਹੈ ਜੀ, ਨਿਵਿਨ ਚੋਬਰਲਿਨ ਇਹ ਬਿਲਕੁਲ ਸਹੀ ਹੈ ਜੀ। ਤੇ 32 ਨੰਬਰ ਕੁਐਸਚਨ ਦੇਖੋ ਸਾਰੇ ਬੱਚੇ ਧਿਆਨ ਨਾਲ, ਦੂਸਰੇ ਵਿਸ਼ਵ ਯੁੱਧ ਦੇ ਨਾਜ਼ੁਕ ਪੜਾਅ ਦੌਰਾਨ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਇੰਗਲੈਂਡ ਦਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ। ਠੀਕ ਹੈ ਜੀ, ਬੀ ਆਪਸ਼ਨ ਬਿਲਕੁਲ ਰਾਈਟ ਹੈ ਸਾਡੀ, ਵਿੰਸਟਨ ਚਰਚਿਲ। ਤੇ ਹੂ ਵਾਸ ਦਾ ਕਾਉਂਸਲਰ ਆਫ ਜਰਮਨੀ ਡੂਰਿੰਗ ਦਾ ਵਰਲਡ ਵਾਰ ਸੈਕੰਡ? ਤਾਂ ਚਾਂਸਲਰ ਜਰਮਨੀ ਦਾ ਕੌਣ ਸੀ ਉਸ ਸਮੇਂ 33 ਨੰਬਰ ਦੇ ਵਿੱਚ? ਤਾਂ ਇਹ ਆ ਜਾਏਗਾ ਜੀ ਸਾਡਾ ਦੂਸਰੇ ਵਿਸ਼ਵ ਯੁੱਧ ਦੌਰਾਨ ਹਿਟਲਰ। ਠੀਕ ਹੈ ਜੀ, BC ਰੋਜ਼ ਜਰਮਨ। ਤਾਂ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਨੂੰ ਚੈੱਕ ਕਰਨਾ ਪਏਗਾ ਜੀ, ਇਹ 33 ਨੰਬਰ ਦਾ ਆਨਸਰ ਜਿਹੜਾ ਕਿਆ ਹੋਏਗਾ ਜੀ ਸਾਡਾ। ਥੋੜਾ ਜਿਹਾ ਦੇਖ ਲਈਏ ਇੱਕ ਮਿੰਟ ਆਪਾਂ, ਇਹ ਮੈਨੂੰ ਵੀ ਡਾਊਟ ਹੋ ਰਿਹਾ ਹੈ ਥੋੜਾ। ਹਾਂਜੀ 33 ਨੰਬਰ ਸਹੀ ਆਨਸਰ ਜਿਹੜਾ ਹੈ ਜੀ ਬੀ ਬਿਲਕੁਲ ਰਾਈਟ ਹੈ ਜੀ, ਹਿਟਲਰ। ਵੈਸੇ ਜਰਨੈਲ ਰੋਮਲ ਜਿਹੜੇ ਸੀ ਨਾ, ਜਰਨੈਲ ਰੋਮਲ ਨੂੰ ਹਟਾ ਕੇ ਹੀ ਇਹਨਾਂ ਨੂੰ ਬਣਾਇਆ ਗਿਆ ਸੀ। ਠੀਕ ਹੈ ਜੀ, ਇਹ ਬਣੇ ਸੀ ਜਰਮਨੀ ਦੇ ਹਿਟਲਰ। ਠੀਕ ਹੈ ਜੀ ਬਿਲਕੁਲ,
ਸਹੀ ਆਨਸਰ ਹੈ ਜੀ ਸਾਡਾ 34 ਨੰਬਰ ਕੁਐਸਚਨ ਦੇਖੋ ਸਾਰੇ। 34 ਨੰਬਰ ਕੁਐਸਚਨ ਜਿਹੜਾ ਜੀ ਇਸ ਦੇ ਵਿੱਚ ਪੁੱਛਿਆ ਗਿਆ ਹੈ ਸਾਡੇ ਕੋਲੋਂ, ਗ੍ਰੀਕਾਂ ਨੇ ਪੰਜਾਬ ਨੂੰ ਕਿਆ ਨਾਮ ਦਿੱਤਾ ਹੈ? ਗ੍ਰੀਕਾਂ ਨੇ, ਗ੍ਰੀਕ ਮਤਲਬ ਜਿਹੜੇ ਯੂਨਾਨੀ ਰਹੇ ਨੇ, ਯੂਨਾਨੀਆਂ ਨੇ ਨਾਮ ਦਿੱਤਾ ਹੈ ਜੀ ਪੈਂਟਾਪੋਟੋਮੀਆ। ਪੈਂਟਾਪੋਟੋਮੀਆ ਜਿਹੜਾ ਨਾਮ ਹੈ ਜੀ ਉਹ ਯੂਨਾਨੀਆਂ ਦੁਆਰਾ ਦਿੱਤਾ ਗਿਆ। ਪੰਜਾਬ ਇਜ਼ ਸਿਚੁਏਟਿਡ ਇਨ ਗੰਗਾ ਬੇਸਿਨ, ਕਾਵਰੀ ਬੇਸਿਨ, ਇੰਡਸ ਬੇਸਿਨ। ਤਾਂ ਸਹੀ ਆਨਸਰ ਹੈ ਜੀ ਸਾਡਾ, ਬਿਲਕੁਲ ਰਾਈਟ ਆਨਸਰ ਹੈ ਜੀ, ਇਹ ਹੈ ਇੰਡਸ ਬੇਸਿਨ। ਠੀਕ ਹੈ ਜੀ, ਇੰਡਸ ਬੇਸਿਨ ਦੇ ਵਿੱਚ ਹੈ ਜੀ। ਫਿਰ ਆਪਾਂ ਗੱਲ ਕਰੀਏ, ਅਗਲਾ ਕੁਐਸਚਨ ਸਾਡੇ ਕੋਲੇ ਆ ਗਿਆ ਹੈ 36 ਨੰਬਰ, ਲਾਹੌਰ ਸ਼ਹਿਰ ਕਿਹੜੇ ਦਰਿਆ ਦੇ ਕੰਢੇ ਤੇ ਸਥਿਤ ਹੈ? ਤਾਂ ਬੀ ਆਪਸ਼ਨ ਬਿਲਕੁਲ ਰਾਈਟ ਹੈ ਜੀ, ਇਸ ਦਾ ਰਾਵੀ ਕੰਢਾ ਹੈ, ਜਿਹੜਾ ਰਾਵੀ ਦਰਿਆ ਹੈ ਉਸ ਦੇ ਬਿਲਕੁਲ ਕੰਢੇ ਦੇ ਉੱਪਰ ਕਿਆ ਹੈ ਜੀ ਇਹ ਸ਼ਹਿਰ ਵਸਿਆ ਹੋਇਆ ਹੈ। ਠੀਕ ਹੈ। ਗੁਰੂ ਨਾਨਕ ਦੇਵ ਦਾ ਉੱਤਰਾਧਿਕਾਰੀ ਕੌਣ ਸੀ? ਗੁਰੂ ਅਮਰਦਾਸ, ਗੁਰੂ ਅੰਗਦ ਦੇਵ। ਬਿਲਕੁਲ ਜੀ, ਸਾਰੇ ਬੱਚਿਆਂ ਨੂੰ ਪਤਾ ਹੋਏਗਾ, ਸੀ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡੀ। ਅੱਗੇ ਚੱਲਦੇ ਹਾਂ ਜੀ 38 ਨੰਬਰ ਕੁਐਸਚਨ ਦੇਖੋ ਸਾਰੇ, ਅੰਮ੍ਰਿਤਸਰ ਦਾ ਪਹਿਲਾ ਨਾਮ ਦੱਸੋ। ਅੰਮ੍ਰਿਤਸਰ ਦਾ ਪਹਿਲਾ ਨਾਮ ਹੈ ਜੀ ਗੁਰੂ ਕਾ ਚੱਕ, ਰਾਮਦਾਸਪੁਰਾ ਤੇ ਕਿਆ ਹੋ ਸਕਦਾ ਹੈ ਜੀ 38 ਨੰਬਰ ਦੇ ਵਿੱਚ? ਤਾਂ ਇਹ ਹੈ ਜੀ ਸਾਰਾ ਬਿਲਕੁਲ ਸਹੀ ਆਨਸਰ ਜੀ, ਇਹ ਹੈ ਜੀ ਉਪਰੋਕਤ ਸਾਰੇ। ਪਹਿਲਾ ਗੁਰੂ ਕਾ ਚੱਕ ਸੀਗਾ ਜੀ, ਫਿਰ ਇਸ ਨੂੰ ਕਿਹਾ ਹੈ ਜੀ ਰਾਮਦਾਸਪੁਰਾ, ਤੇ ਫਿਰ ਚੱਕ ਰਾਮਦਾਸ ਜਿਹੜਾ ਹੈ ਜੀ ਅੱਜ ਇਸ ਨੂੰ ਆਪਾਂ ਅੰਮ੍ਰਿਤਸਰ ਬੋਲਦੇ ਹਾਂ। ਠੀਕ ਹੈ, ਸਾਰੀਆਂ ਚੀਜ਼ਾਂ ਇੱਕੋ ਹੀ ਨਾਮ ਹੈ। ਗੁਰੂ ਗੋਬਿੰਦ ਸਿੰਘ ਦੇ ਜਨਮ ਨਾਲ ਕਿਹੜਾ ਸ਼ਹਿਰ ਸੰਬੰਧਿਤ ਹੈ ਜੀ? ਸਾਰੇ ਬੱਚਿਆਂ ਨੂੰ ਪਤਾ ਹੈ ਜੀ, ਇਹ ਹੈ ਜੀ ਪਟਨਾ ਸਾਹਿਬ। ਪਟਨਾ, ਉੱਥੇ ਹੀ ਇੱਕ ਤਖਤ ਬਣਾਇਆ ਗਿਆ ਹੈ ਜੀ, ਪਟਨਾ ਹਜੂਰ, ਤਖਤ ਸ੍ਰੀ ਪਟਨਾ ਸਾਹਿਬ। ਠੀਕ ਹੈ ਜੀ। ਬਾਬਾ ਵਿਨੋਦ, ਬਾਬਾ ਵਿਨੋਦ ਸਿੰਘ ਕੌਣ ਸੀ? ਬਾਬਾ ਵਿਨੋਦ ਸਿੰਘ ਕੌਣ ਸੀ ਜੀ? ਬਾਬਾ ਵਿਨੋਦ ਸਿੰਘ ਬੰਦਾ ਸਿੰਘ ਬਹਾਦਰ ਦਾ ਇੱਕ ਸਹਿਯੋਗੀ ਜਿਹੜਾ ਹੈ ਉਹ ਰਿਹਾ ਹੈ। ਠੀਕ ਹੈ, ਜਦੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵੱਲ ਨੰਦੇੜ ਵਾਸਤੇ ਭੇਜਿਆ ਗਿਆ ਸੀ, ਉਦੋਂ ਭਾਈ ਵਿਨੋਦ ਸਿੰਘ ਹੀ ਇਹਨਾਂ ਦੇ ਨਾਲ ਮਿਲੇ ਸੀ, ਤੇ ਭਾਈ ਵਿਨੋਦ ਸਿੰਘ ਜਿਹੜੇ ਰਹੇ ਨੇ ਉਹ ਹੀ ਇਹਨਾਂ ਦੇ ਇੱਕ ਕਿਆ ਰਹੇ ਨੇ, ਸਹਿਯੋਗੀ ਰਹੇ ਨੇ। ਅੱਜ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਕੁਐਸਚਨ ਦੀ ਤਰਫ। ਤਾਂ ਦੇਖੋ ਬੰਦਾ ਸਿੰਘ ਬਹਾਦਰ ਦੇ ਬਾਰੇ ਵਿੱਚ ਹੀ ਅਗਲਾ ਕੁਐਸਚਨ ਹੈ 41 ਨੰਬਰ, ਤੇ ਪੁੱਛਿਆ ਗਿਆ ਹੈ ਸਾਡੇ ਕੋਲੋਂ ਕੁਐਸਚਨ ਨੰਬਰ 41 ਦੇ ਵਿੱਚੋਂ। ਦੇਖੋ ਸਾਰੇ ਬੱਚੇ ਧਿਆਨ ਨਾਲ, ਬੰਦਾ ਬਹਾਦਰ ਨੂੰ ਸ਼ਹੀਦੀ ਕਦੋਂ ਪ੍ਰਾਪਤ ਹੋਈ ਸੀ? ਦੇਖੋ ਜੀ ਸਾਰੇ ਬੱਚਿਆਂ ਨੂੰ ਪਤਾ ਹੈ ਇਸ ਦੇ ਬਾਰੇ ਵਿੱਚ, ਤੇ ਇਹ ਹੈ ਜੀ ਸਾਡੇ ਕੋਲ ਜੂਨ 1716। ਤਾਂ ਜੂਨ ਵੀ ਕਿੰਨੀ? ਤਾਂ 19 ਜੂਨ 1716 ਇਸ ਨੂੰ ਮੰਨਿਆ ਗਿਆ ਹੈ ਜੀ। ਬੰਦਾ ਬਹਾਦਰ ਨੂੰ ਕਿੱਥੇ ਸ਼ਹੀਦੀ ਪ੍ਰਾਪਤ ਹੋਈ ਸੀ? ਦਿੱਲੀ, ਲਾਹੌਰ, ਮੁਲਤਾਨ, ਸਰਹਿੰਦ। ਤਾਂ ਸਹੀ ਬੱਚਿਆਂ ਨੂੰ ਪਤਾ ਹੈ ਜੀ ਸਾਰਾ ਇਸ ਦੇ ਬਾਰੇ ਵਿੱਚ, ਉਹ ਹੈ ਜੀ ਦਿੱਲੀ। ਦਿੱਲੀ ਵਿੱਚ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਨਵਾਬ ਕਪੂਰ ਸਿੰਘ ਨੇ ਕਿਹੜੀ ਮਿਸਲ ਨਾਲ ਸੰਬੰਧ ਰੱਖਦੇ ਨੇ ਜੀ? ਇਹ ਰੱਖਦੇ ਨੇ ਜੀ ਫੈਜ਼ਲਪੁਰੀਆ ਮਿਸਲ। ਐਸੀ ਮਿਸਲ ਨੂੰ ਹੀ ਸਿੰਘਪੁਰੀਆ ਮਿਸਲ ਵੀ ਜਿਹੜਾ ਹੈ ਬੋਲਿਆ ਜਾਂਦਾ ਹੈ। ਠੀਕ ਹੈ, ਫੈਜ਼ਲਪੁਰੀਆ ਮਿਸਲ ਬੋਲ ਦੋ ਜਾਂ ਸਿੰਘਪੁਰੀਆ ਮਿਸਲ ਬੋਲ ਦੋ, ਇਹ ਦੋਨੋਂ ਨਾਮ ਇੱਕੋ ਹੀ ਮਿਸਲ ਦੇ ਮੰਨੇ ਜਾਂਦੇ ਨੇ ਜੀ। ਸ਼ੁਕਰਚੱਕੀਆ ਮਿਸਲ ਨਾਲ ਸੰਬੰਧ ਕੌਣ ਰੱਖਦਾ ਸੀ? ਬਾਬਾ ਦੀਪ ਸਿੰਘ, ਦੀਵਾਨ ਕੋੜਾਮਲ, ਜੱਸਾ ਸਿੰਘ ਆਹਲੂਵਾਲੀਆ, ਰਣਜੀਤ ਸਿੰਘ। ਬਿਲਕੁਲ ਜੀ, ਡੀ ਆਪਸ਼ਨ ਬਿਲਕੁਲ ਰਾਈਟ ਹੈ ਸਾਡੀ, ਰਣਜੀਤ ਸਿੰਘ ਜੀ। ਠੀਕ ਹੈ ਜੀ। ਅੱਗੇ ਚੱਲਦੇ ਹਾਂ, ਲਾਹੌਰ ਸ਼ਹਿਰ ਤੇ ਕਬਜ਼ਾ ਕਦੋਂ ਕੀਤਾ ਗਿਆ? ਠੀਕ ਹੈ, ਕਬਜ਼ਾ ਕਦੋਂ ਕੀਤਾ ਗਿਆ ਸੀ? ਇਹ ਰਣਜੀਤ ਸਿੰਘ ਜੀ ਦੇ ਬਿਹਾਫ ਤੇ ਪੁੱਛਿਆ ਜਾ ਰਿਹਾ ਹੈ, ਤਾਂ ਇਹ ਹੈ ਜੀ 1799 ਆਨਸਰ। ਬਿਲਕੁਲ ਜੀ, ਰਣਜੀਤ ਸਿੰਘ ਜੀ ਦਾ ਪਹਿਲੀ ਜਿੱਤ ਜਿਹੜੀ ਹੋਈ ਹੈ ਜੀ ਇਹ ਵਾਲੀ ਸੀ। ਠੀਕ ਹੈ, ਫਿਰ ਉਸ ਤੋਂ ਬਾਅਦ ਇਹਨਾਂ ਨੇ ਪਸੀਨ ਜਿੱਤਿਆ 1800 ਦੇ ਆਸ-ਪਾਸ। ਤੇ ਅੱਗੇ ਚੱਲਦੇ ਹਾਂ ਜੀ, ਰਣਜੀਤ ਸਿੰਘ ਜੀ ਨੇ ਮੁਲਤਾਨ ਤੇ ਕਦੋਂ ਕਬਜ਼ਾ ਕੀਤਾ ਸੀ? ਮੁਲਤਾਨ ਤੇ ਜੀ, ਤਾਂ ਮੁਲਤਾਨ ਇਹਨਾਂ ਨੇ ਜਿੱਤਿਆ ਹੈ ਜੀ 1818 ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਾਰੇ ਬੱਚਿਆਂ ਨੂੰ ਧਿਆਨ ਵਿੱਚ ਹੋਣਗੀਆਂ ਸਾਰਿਆਂ ਨੂੰ। ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇਹਾਂਤ ਕਿਸ ਮਹੀਨੇ ਹੋਇਆ ਸੀ? ਧਿਆਨ ਨਾਲ ਦੇਖੋ ਜੀ, ਕੁਐਸਚਨ 47 ਨੰਬਰ ਕੁਐਸਚਨ ਹੈ ਜੀ, ਤੇ ਇਹ ਹੈ ਜੀ ਸਾਡੇ ਕੋਲ ਜੂਨ 1839। ਇਹ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡੇ ਕੋਲ, ਤੇ ਸਹੀ ਆਨਸਰ ਜਿਹੜਾ ਹੈ ਜੀ ਇਸ ਦਾ ਫਿਰ ਇਹ ਆਨਸਰ ਹੋਇਆ ਜੀ 48 ਨੰਬਰ ਕੁਐਸਚਨ ਸਾਡੇ ਕੋਲੇ ਆ ਚੁੱਕਾ ਹੈ। 48 ਨੰਬਰ ਕੁਐਸਚਨ ਦੇ ਵਿੱਚ ਕਿਆ ਪੁੱਛਿਆ ਗਿਆ ਹੈ ਜੀ ਸਾਡੇ ਕੋਲੋਂ? ਦੇਖੋ ਸਾਰੇ ਬੱਚੇ ਧਿਆਨ ਨਾਲ, ਕਿਆ ਹੈ ਜੀ ਇਸ ਦਾ 48 ਨੰਬਰ ਕੁਐਸਚਨ ਦਾ ਆਨਸਰ? ਤਾਂ ਇਹ ਹੈ ਜੀ ਪਹਿਲਾ ਐਂਗਲੋ ਸਿੱਖ ਯੁੱਧ ਇਸ ਸਮੇਂ ਦੌਰਾਨ ਹੋਇਆ ਸੀ। ਪਹਿਲਾ ਐਂਗਲੋ ਸਿੱਖ ਯੁੱਧ ਦਾ ਟਾਈਮ ਪੀਰੀਅਡ ਪੁੱਛਿਆ ਗਿਆ ਹੈ ਜੀ, ਇਹ ਹੈ ਜੀ 1845 ਤੋਂ 1846। ਲਾਹੌਰ ਦਰਬਾਰ ਵਿੱਚ ਬ੍ਰਿਟਿਸ਼ ਰਾਜ ਪ੍ਰਤੀਨਿਧੀ ਕੌਣ ਰਿਹਾ ਹੈ? ਤਾਂ ਇਹ ਰਿਹਾ ਹੈ ਜੀ ਹੈਨਰੀ ਲਾਰੈਂਸ। ਠੀਕ ਹੈ ਜੀ, ਹੈਨਰੀ ਲਾਰੈਂਸ ਰਿਹਾ ਹੈ ਪਹਿਲਾ ਬੰਦਾ। ਅੱਗੇ ਚੱਲਦੇ ਹਾਂ ਜੀ 50 ਨੰਬਰ ਕੁਐਸਚਨ ਦੇਖੋ ਸਾਰੇ ਬੱਚੇ। 1849 ਵਿੱਚ ਭਾਰਤ ਦਾ ਗਵਰਨਰ ਜਨਰਲ ਕੌਣ ਸੀ? 1849 ਦੇ ਵਿੱਚ ਦੇਖੋ ਜੀ 1849-50 ਦਾ ਵਿੱਚ ਜਿਹੜਾ ਹੈ ਜੀ ਇਹ ਹੈ ਜੀ ਫਿਰ ਸਾਡੇ ਕੋਲ ਲਾਰਡ ਡਲਹੌਜੀ। ਠੀਕ ਹੈ ਜੀ, ਲਾਰਡ ਡਲਹੌਜੀ। ਐਸੇ ਦੇ ਸਮੇਂ ਦੇ ਉੱਪਰ ਕਿਆ ਹੈ ਜੀ ਇਸਨੇ ਰੇਲ ਵਗੈਰਾ ਚਲਾਈਆਂ ਨੇ, ਡਾਕ ਵੁੱਡ ਡਿਸਪੈਚ 1854 ਦੇ ਵਿੱਚ ਇਸਨੇ ਸ਼ੁਰੂ ਕੀਤਾ। ਇਹੀ ਗਵਰਨਰ ਰਿਹਾ ਹੈ ਜਿਹੜਾ ਮਤਲਬ ਆਪਾਂ ਕਹਿ ਸਕਦੇ ਹਾਂ 1849 ਤੋਂ ਲੈ ਕੇ 48 ਦੇ ਵਿੱਚ ਆਇਆ ਸੀ, ਤੇ ਸਭ ਤੋਂ ਪਹਿਲਾਂ ਇਸਨੇ ਜਿਹੜਾ ਮਿਲਾਇਆ ਸੀ 17 ਨੂੰ ਲੈਪਸ ਨੀਤੀ ਦੇ ਰਾਹੀਂ ਇਸਨੇ ਮਿਲਾ ਲਿਆ ਸੀ। ਠੀਕ ਹੈ, ਮੋਹਨਜੋਦੜੋ ਇਸ ਸ਼ਹਿਰ ਜਿਹੜਾ ਹੈ ਇਸ ਪ੍ਰਾਂਤ ਵਿੱਚ ਹੈ। ਮੋਹਨਜੋਦੜੋ ਸ਼ਹਿਰ ਦੇ ਬਾਰੇ ਪੁੱਛਿਆ ਗਿਆ ਹੈ ਜੀ, ਇਹ ਕਿੱਥੇ ਹੈ ਮੋਹਨਜੋਦੜੋ? ਤਾਂ ਇਹ ਹੈ ਜੀ ਸਿੰਧ ਪ੍ਰਾਂਤ ਦੇ ਵਿੱਚ। ਠੀਕ ਹੈ ਜੀ, ਸਿੰਧ ਪ੍ਰਾਂਤ ਦੇ ਵਿੱਚ ਲਰਕਾਣਾ ਜ਼ਿਲ੍ਹਾ ਜੀ। ਠੀਕ ਹੈ,
ਹੜੱਪਾ ਸਭਿਅਤਾ ਸੰਬੰਧਿਤ ਹੈ ਕਿਸ ਨਾਲ? ਤਾਂ ਇਹ ਹੈ ਜੀ ਤਾਂਬਾ ਯੁੱਗ, ਲੋਹ ਯੁੱਗ, ਪੱਥਰ ਯੁੱਗ। ਤਾਂ ਇਹ ਹੈ ਜੀ ਇਸ ਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ। ਅਸਲ ਦੇ ਵਿੱਚ ਨਾ ਇਹਨਾਂ ਦੇ ਵਿੱਚ ਜਿਹੜਾ ਹੈ ਜੀ ਆਂਸਰ ਆਪਣੇ ਸਹੀ ਬਣਨਾ ਚਾਹੀਦਾ ਹੈ। ਹੜੱਪਾ ਸਭਿਅਤਾ ਸੰਬੰਧਿਤ ਹੈ ਪੱਥਰ ਯੁੱਗ ਨਾਲ, ਲੋਹ ਯੁੱਗ ਨਾਲ। ਪੱਥਰ ਯੁੱਗ ਨਾਲ ਨਹੀਂ ਹੈ ਜੀ, ਲੋਹ ਯੁੱਗ ਨਾਲ ਵੀ ਨਹੀਂ। ਤਾਂਬਾ ਯੁੱਗ ਨਾਲ ਆਪਾਂ ਕਹਿ ਸਕਦੇ ਹਾਂ ਕਿਉਂਕਿ ਤਾਂਬੇ ਦੇ ਨਾਲ ਇਹਨਾਂ ਨੇ ਟਿਨ ਮਿਲਾਈ ਸੀ, ਟਿਨ ਮਿਲਾ ਕੇ ਫਿਰ ਇੱਕ ਨਵਾਂ ਯੁੱਗ ਚੱਲਿਆ ਸੀ, ਕਾਂਸਾ ਯੁੱਗ। ਠੀਕ ਹੈ ਜੀ, ਸੀ ਆਪਸ਼ਨ ਆਪਾਂ ਇਸ ਦੇ ਵਿੱਚ 52 ਦੇ ਵਿੱਚ ਬੀ ਆਪਸ਼ਨ ਸਹੀ ਹੈ ਜੀ ਆਪਣਾ। ਅੱਗੇ ਚੱਲਦੇ ਹਾਂ ਜੀ ਆਪਾਂ। ਹੜੱਪਾ ਸ਼ਹਿਰ ਇਸ ਨਦੀ ਦੇ ਕੰਢੇ ਤੇ ਹੈ। ਹੜੱਪਾ ਸ਼ਹਿਰ ਦੇ ਬਾਰੇ ਵਿੱਚ ਪੁੱਛਿਆ ਗਿਆ ਹੈ ਜੀ, ਇਹ ਕਿਸ ਨਦੀ ਦੇ ਕਿਨਾਰੇ ਦੇ ਉੱਪਰ ਹੈ? ਤਾਂ ਇਹ ਸਾਰੇ ਬੱਚਿਆਂ ਨੂੰ ਪਤਾ ਹੈ ਜੀ, ਇਹ ਕਿਹੜੀ ਨਦੀ ਦੇ ਕਿਨਾਰੇ ਹੈ? ਤਾਂ ਇਹ ਹੈ ਜੀ ਰਾਵੀ ਨਦੀ ਦੇ। ਠੀਕ ਹੈ ਜੀ, ਰਾਵੀ ਨਦੀ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। ਰਿਗਵੇਦ ਵਿੱਚ ਕਿਹੜਾ ਭਗਵਾਨ ਸਭ ਤੋਂ ਵੱਧ ਮਹੱਤਵਪੂਰਨ ਹੈ? ਸਭ ਤੋਂ ਵੱਧ ਭਗਵਾਨ ਜਿਹੜਾ ਮਹੱਤਵਪੂਰਨ ਮੰਨਿਆ ਗਿਆ ਹੈ ਜੀ ਉਹ ਹੈ ਇੰਦਰ। ਠੀਕ ਹੈ, ਇੰਦਰ ਵਾਸਤੇ ਜਿਹੜਾ ਹੈ ਜੀ 250 ਸ਼ਬਦ ਜਿਹੜੇ ਨੇ ਮੰਤਰ ਯੂਜ਼ ਕੀਤੇ ਗਏ ਨੇ। ਇੰਦਰ ਨੂੰ ਪੁਰੰਦਰ ਵੀ ਬੋਲਿਆ ਗਿਆ ਹੈ ਤੇ ਪੁਰੰਦਰ ਦਾ ਜਿਹੜਾ ਮਤਲਬ ਹੁੰਦਾ ਹੈ ਜੀ ਕਿਲਿਆਂ ਨੂੰ ਆਪਾਂ ਕਹਿ ਸਕਦੇ ਹਾਂ ਜਿੱਤਣ ਵਾਲਾ ਜਾਂ ਕਿਲਿਆਂ ਦਾ ਨਾਸ਼ ਕਰਨ ਵਾਲਾ। ਠੀਕ ਹੈ ਜੀ, ਇਸ ਪ੍ਰਕਾਰ ਯੁੱਧ ਅਤੇ ਵਰਖਾ ਦਾ ਦੇਵਤਾ ਵੀ ਇਸ ਨੂੰ ਜਿਹੜਾ ਹੈ ਮੰਨਿਆ ਗਿਆ ਹੈ ਜੀ। 54 ਨੰਬਰ ਕੁਐਸਚਨ ਸਾਡੇ ਕੋਲੇ ਆ ਚੁੱਕਾ ਹੈ ਜੀ। ਤੇ ਅੱਗੇ ਨੰਬਰ ਕੁਐਸਚਨ ਦੇਖੋ ਜੀ ਸਾਰੇ ਬੱਚੇ ਧਿਆਨ ਨਾਲ, ਕਿਆ ਪੁੱਛਿਆ ਗਿਆ ਹੈ ਜੀ? ਸ਼ਾਹੀ ਇਸ਼ਨਾਨ ਨਾਲ ਕਿਹੜਾ ਸ਼ਹਿਰ ਸੰਬੰਧਿਤ ਹੈ? ਤਾਂ ਇਹ ਸਾਰੇ ਬੱਚਿਆਂ ਨੂੰ ਪਤਾ ਹੋਏਗਾ ਜੀ, ਬੇਸਿਕ ਕੁਐਸਚਨ ਹੈ। ਸ਼ਾਹੀ ਇਸ਼ਨਾਨ ਮਤਲਬ ਇਹ ਹੜੱਪਾ ਸਭਿਅਤਾ ਦੇ ਨਾਲ ਜੁੜਿਆ ਹੋਇਆ ਕੁਐਸਚਨ ਹੈ ਜੀ। ਤੇ ਇਹ ਹੈ ਜੀ ਫਿਰ ਕਿੱਥੇ? ਤਾਂ ਇਹ ਹੈ ਜੀ ਮੋਹਨਜੋਦੜੋ। ਠੀਕ ਹੈ ਜੀ, ਮੋਹਨਜੋਦੜੋ ਬਿਲਕੁਲ ਰਾਈਟ ਆਨਸਰ ਹੈ ਜੀ ਸਾਡਾ। ਅੱਗੇ ਚੱਲਦੇ ਹਾਂ ਜੀ ਆਪਾਂ। ਅਸ਼ਵ ਸ਼ਬਦ ਤੋਂ ਕੀ ਭਾਵ ਹੈ? ਅਸ਼ਵ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਜੀ ਕਿਆ? ਤਾਂ ਉਹ ਹੈ ਜੀ ਸਾਡਾ ਘੋੜਾ। ਅਸ਼ਵ ਘੋੜੇ ਨੂੰ ਬੋਲਿਆ ਜਾਂਦਾ ਹੈ ਜੀ। ਠੀਕ ਹੈ, ਅੱਗੇ ਚੱਲਦੇ ਹਾਂ ਜੀ ਆਪਾਂ। ਕਿਹੜਾ ਜੈਨ ਸੰਪਰਦਾਇ ਸਫੈਦ ਪੋਸ਼ਾਕ ਪਹਿਨਦਾ ਸੀ? ਤਾਂ ਬਿਲਕੁਲ ਜੀ ਨਾਮ ਤੋਂ ਹੀ ਸਪਸ਼ਟ ਹੈ ਕਿਹੜਾ ਪਹਿਨਦਾ ਸੀਗਾ ਜੀ? ਤਾਂ ਉਹ ਸੀ ਸਾਡਾ ਸ਼ਵੈਤਾਂਬਰ। ਠੀਕ ਹੈ ਜੀ, ਸ਼ਵੈਤਾਂਬਰ। ਅੱਗੇ ਹੈ ਜੀ ਜੈਨ ਧਰਮ ਦਾ 24ਵਾਂ ਤੀਰਥੰਕਰਨ ਕਿਸ ਨੂੰ ਮੰਨਿਆ ਗਿਆ ਹੈ ਜੀ? ਇਹ ਸਾਰੇ ਬੱਚਿਆਂ ਨੂੰ ਪਤਾ ਹੋਏਗਾ ਜੀ, ਇਹ ਹੈ ਜੀ ਮਹਾਵੀਰ। ਇਹ ਰਹੇ ਨੇ 23ਵੇਂ। ਇਹ ਰਹੇ ਨੇ ਸਾਡੇ ਰਸ਼ਭਦੇਵ ਪਹਿਲੇ। ਗੌਤਮ ਨਾਮ ਦਾ ਕੋਈ ਵੀ ਤੀਰਥੰਕਰ ਨਹੀਂ ਸੀ। ਠੀਕ ਹੈ ਜੀ, ਹਾਂ। ਅੱਗੇ ਚੱਲਦੇ ਹਾਂ ਜੀ ਆਪਾਂ। ਬੁੱਧ ਧਰਮ ਦੇ ਫੈਲਾਅ ਵਿੱਚ ਕਿਹੜੀ ਭਾਸ਼ਾ ਨੇ ਯੋਗਦਾਨ ਸਭ ਤੋਂ ਵੱਧ ਪਾਇਆ ਹੈ ਜੀ? ਤਾਂ ਇਹ ਹੈ ਜੀ 59 ਨੰਬਰ ਦਾ ਕੁਐਸਚਨ ਸਾਡੇ ਕੋਲੇ। ਇਸ ਦੇ ਵਿੱਚ ਹੈ ਜੀ ਪਾਲੀ ਭਾਸ਼ਾ ਨੇ, ਕਿਉਂਕਿ ਬਹੁਤ ਪਾਲੀ ਭਾਸ਼ਾ ਇੱਕ ਸਰਲ ਭਾਸ਼ਾ ਰਹੀ ਹੈ ਜੀ। ਤੇ ਪਾਲੀ ਭਾਸ਼ਾ ਨੇ ਸਭ ਤੋਂ ਜ਼ਿਆਦਾ ਜਿਹੜਾ ਹੈ ਇਸ ਦੇ ਵਿੱਚ ਯੋਗਦਾਨ ਦਿੱਤਾ ਬੁੱਧ ਧਰਮ ਦੇ ਵਿਸਤਾਰ ਦੇ ਵਿੱਚ। ਅਸ਼ਟਾਂਗਿਕ ਮਾਰਗ ਦੀ ਸਿਫਾਰਿਸ਼ ਕਿਸ ਨੇ ਕੀਤੀ ਹੈ ਜੀ? ਅਸ਼ਟਾਂਗਿਕ ਮਾਰਗ ਸਾਰੇ ਬੱਚਿਆਂ ਨੂੰ ਪਤਾ ਹੋਏਗਾ ਜੀ। ਤੇ ਇਹ ਹੈ ਜੀ ਫਿਰ ਕਿਸ ਨੇ ਦੱਸਿਆ ਸੀਗਾ? ਏ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡਾ। ਮਹਾਜਨਪਦਾਂ ਦੀ ਪਹਿਚਾਣ ਕਰੋ ਜੀ। ਠੀਕ ਹੈ, ਇਹ ਪੰਜਾਬੀ ਦੇ ਵਿੱਚ ਥੋੜਾ ਹੈ ਜੀ। ਆਇਡੈਂਟੀਫਾਈ ਦਾ ਮਹਾਜਨਪਦਾਸ। ਠੀਕ ਹੈ, ਮਗਧਾ, ਵਸਤਾ, ਕੋਸ਼ਲਾ। ਠੀਕ ਹੈ, ਤਾਂ ਇਹ ਹੈ ਜੀ ਸਾਡੇ ਕੋਲ ਸਹੀ ਆਨਸਰ ਜਿਹੜਾ ਇਸ ਦਾ ਫਿਰ ਇਹ ਹੋ ਜਾਏਗਾ ਜੀ ਡੀ। ਠੀਕ ਹੈ, ਇਹ ਸਾਰੇ। ਅੱਗੇ ਚੱਲਦੇ ਹਾਂ ਜੀ ਆਪਾਂ। 62 ਨੰਬਰ ਕੁਐਸਚਨ ਸਾਡੇ ਕੋਲੇ ਆ ਚੁੱਕਾ ਹੈ। ਤੇ 62 ਨੰਬਰ ਕੁਐਸਚਨ ਦੇ ਵਿੱਚ ਦੇਖੋ ਸਾਰੇ ਬੱਚੇ। ਮੌਰਿਆ ਰਾਜਵੰਸ਼ ਦੇ ਖੋਜਕਰਤਾ ਦਾ ਨਾਮ ਦੱਸੋ। ਮੌਰਿਆ ਰਾਜਵੰਸ਼ ਦੇ ਖੋਜਕਰਤਾ ਦਾ ਨਾਮ ਸਾਰੇ ਬੱਚਿਆਂ ਨੂੰ ਪਤਾ ਹੋਏਗਾ ਜੀ। ਮੌਰਿਆ ਰਾਜਵੰਸ਼ ਦੇ ਬਾਰੇ ਵਿੱਚ, ਇਸ ਦੇ ਸੰਸਥਾਪਕ ਦੇ ਬਾਰੇ ਵਿੱਚ ਪੁੱਛਿਆ ਜਾ ਰਿਹਾ ਹੈ ਜੀ ਵੀ ਇਸਨੇ ਕਿਸ ਨੇ ਜਿਹੜੀ ਇਸ ਦੀ ਸਥਾਪਨਾ ਕੀਤੀ ਹੈ ਜੀ? ਤਾਂ ਸਹੀ ਬੱਚਿਆਂ ਨੂੰ ਪਤਾ ਹੈ ਜੀ, ਚੰਦਰਗੁਪਤ ਮੌਰਿਆ। ਠੀਕ ਹੈ ਜੀ, ਸੀ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡਾ। ਅੱਗੇ ਹੈ ਜੀ ਪਿਆਦਰਸ਼ੀ ਦੇ ਨਾਮ ਨਾਲ ਕੌਣ ਜਾਣਿਆ ਗਿਆ ਹੈ ਜੀ? ਤਾਂ ਸਾਰੇ ਬੱਚਿਆਂ ਨੂੰ ਪਤਾ ਹੈ ਜੀ, ਇਹ ਹੈ ਜੀ ਕੌਣ? ਅਸ਼ੋਕ ਮਹਾਨ। ਠੀਕ ਹੈ ਜੀ, ਅਭਿਲੇਖਾਂ ਦੀ ਰਚਨਾ ਕਰਨ ਵਾਲਾ ਬੰਦਾ। ਈਰਾਨ ਤੋਂ ਇਸਨੇ ਆ ਸਿੱਖਿਆ ਜਿਹੜੀ ਹੈ ਗ੍ਰਹਿਣ ਕੀਤੀ। ਅਰਥ ਸ਼ਾਸਤਰ ਕਿਸਨੇ ਲਿਖੀ ਸੀ? ਅਰਥ ਸ਼ਾਸਤਰ ਲਿਖੀ ਹੈ ਜੀ ਕਿਸਨੇ? ਕੌਟਿਲਯ ਨੇ। ਠੀਕ ਹੈ, ਕੌਟਿਲਯ ਨੇ ਜੀ, ਬਿਲਕੁਲ ਰਾਈਟ ਆਨਸਰ ਸਾਡਾ। ਗੁਪਤ ਸਾਮਰਾਜ ਦੇ ਇਸ ਦੇ ਸ਼ਾਸਨ ਕਾਲ ਵਿੱਚ ਆਪਣੇ ਚਿੰਨ੍ਹ ਛੱਡੇ ਜਾਂਦੇ ਸਨ। ਆਪਣੇ ਚਿੰਨ੍ਹ ਛੱਡੇ ਸਨ। ਤਾਂ ਗੁਪਤ ਸਾਮਰਾਜ ਨੇ ਇਸ ਦੇ ਸ਼ਾਸਨ ਕਾਲ ਵਿੱਚ ਆਪਣੇ ਚਿੰਨ੍ਹ ਛੱਡੇ ਸਨ। ਤਾਂ ਸਹੀ ਆਨਸਰ ਜਿਹੜਾ ਹੈ ਜੀ 65 ਦਾ ਇਹ ਹੈ ਜੀ ਫਿਰ ਵਿਕਰਮਾਦਿੱਤਯ। ਵਿਕਰਮਾਦਿੱਤਯ ਬੋਲਿਆ ਗਿਆ ਹੈ ਜੀ ਕਿਸ ਨੂੰ? ਚੰਦਰਗੁਪਤ ਸੈਕਿੰਡ ਨੂੰ। ਠੀਕ ਹੈ ਜੀ, ਯਾਦ ਰੱਖਿਆ ਜੀ। ਤੇ ਦੇਖੋ ਇੱਕ ਗੱਲ ਯਾਦ ਰੱਖਿਆ ਜੀ, ਗੁਪਤ ਕਾਲ ਨੂੰ ਨਾ ਭਾਰਤੀ ਜਿਹੜਾ ਹੈ ਜੀ ਭਾਰਤ ਦਾ ਸੁਨਹਿਰੀ ਜਾਂ 골ਡਨ ਪੀਰੀਅਡ ਬੋਲਿਆ ਗਿਆ ਹੈ। ਤੇ 골ਡਨ ਪੀਰੀਅਡ ਜਿਹੜਾ ਮੁੱਖ ਰੂਪ ਦੇ ਵਿੱਚ ਬੋਲਿਆ ਗਿਆ ਹੈ ਨਾ, ਉਹ ਚੰਦਰਗੁਪਤ ਸੈਕਿੰਡ ਦੇ ਕਾਲ ਨੂੰ ਹੀ ਬੋਲਿਆ ਗਿਆ ਹੈ। ਠੀਕ ਹੈ, ਪੁਸ਼ਯਮਿੱਤਰ ਸ਼ੁੰਗ ਕੌਣ ਸੀ? ਉਸਨੇ ਕਲਿੰਗ ਯੁੱਧ ਲੜਿਆ। ਮੌਰਿਆ ਸਾਮਰਾਜ ਬਿਲਕੁਲ ਜੀ ਸਹੀ ਆਨਸਰ ਜਿਹੜਾ ਸਾਡਾ ਹੋਏਗਾ ਜਿਸ ਦੇ ਵਿੱਚ ਸੀ ਆਪਸ਼ਨ, ਉਸਨੇ ਮੌਰਿਆ ਸਾਮਰਾਜ ਦਾ ਵਿਨਾਸ਼ ਕੀਤਾ ਸੀ। ਮਤਲਬ ਠੀਕ ਹੈ, ਬ੍ਰਹਿਦ ਅੰਤਿਮ ਜਿਹੜਾ ਸ਼ਾਸਕ ਰਿਹਾ ਬ੍ਰਹਿਦਰਥ, ਉਸ ਦੀ ਹੱਤਿਆ ਇਸਨੇ ਕਰ ਦਿੱਤੀ ਸੀ ਪੁਸ਼ਯਮਿੱਤਰ ਸ਼ੁੰਗ ਨੇ। ਤੇ ਫਿਰ ਇਸਨੇ ਸ਼ੁੰਗ ਵੰਸ਼ ਦਾ ਜਿਹੜੇ ਸਥਾਪਨ ਹੈ ਉਹ ਆਪਾਂ ਕਹਿ ਸਕਦੇ ਹਾਂ ਮੌਰਿਆ ਸਾਮਰਾਜ ਦੇ ਬਚੇ ਹੋਏ ਅਵਸ਼ੇਸ਼ਾਂ ਤੇ ਇਸਨੇ ਕੀਤਾ ਸੀ। ਗੁਪਤ ਕਾਲ ਦੌਰਾਨ ਪ੍ਰਸਿੱਧ ਸੰਸਕ੍ਰਿਤ ਵਿਆਕਰਨਕਾਰ ਦਾ ਨਾਮ ਦੱਸੋ ਜੀ।
ਤਾਂ ਦੇਖੋ ਹਿਊਨ-ਸਾਂਗ ਹਰਸ਼ਵਰਧਨ ਦੇ ਸਮੇਂ ਆਰਿਆ-ਭੱਟ ਹੋਇਆ, ਕਾਲੀਦਾਸ ਤਾਂ ਸਹੀ ਵੀ ਹੈ। ਵਿਆਕਰਨਕਾਰ ਜਿਹੜਾ ਮੰਨਿਆ ਜਾਏਗਾ ਜੀ ਉਹ ਮੰਨਿਆ ਜਾਏਗਾ ਫਿਰ ਕਾਲੀਦਾਸ ਨੂੰ। ਠੀਕ ਹੈ ਜੀ। ਸੰਸਕ੍ਰਿਤ ਆਸਤੇ ਮੇਨਲੀ ਆਪਾਂ ਕਾਲੀਦਾਸ ਨੂੰ, ਇਹ ਆਪਸ਼ਨ ਬਿਲਕੁਲ ਰਾਈਟ ਹੋਏਗੀ ਜੀ ਸਾਡੀ, ਇਹ ਆਪਸ਼ਨ ਬਿਲਕੁਲ ਰਾਈਟ ਹੈ ਜੀ ਇਸ ਦੀ। ਹਿਊਨ-ਸਾਂਗ ਨੇ ਇਸ ਦੇ ਸ਼ਾਸਨਕਾਲ ਦੌਰਾਨ ਭਾਰਤ ਦਾ ਦੌਰਾ ਕੀਤਾ ਸੀ। ਕਿਸ ਦੇ ਸ਼ਾਸਨਕਾਲ ਦੌਰਾਨ ਜੀ? ਤਾਂ ਇਹ ਹੈ ਜੀ ਸਾਡੇ ਕੋਲੇ 68 ਨੰਬਰ ਦਾ ਬੀ ਆਨਸਰ ਬਿਲਕੁਲ ਰਾਈਟ ਹੈ ਜੀ। ਹਰਸ਼ਵਰਧਨ ਦੇ ਸਮੇਂ ਇਹ ਬੰਦਾ ਆਇਆ ਸੀ। ਯਾਤਰੀਆਂ ਦਾ ਰਾਜਕੁਮਾਰ ਇਸ ਨੂੰ ਕਿਹਾ ਜਾਂਦਾ ਹੈ ਜੀ। ਸੀਯੂ ਕੀ ਪੁਸਤਕ ਇਸਨੇ ਜਿਹੜੀ ਹੈ ਆਪਣੀ ਲਿਖੀ ਸੀ। ਸਾਰੇ ਬੱਚਿਆਂ ਨੂੰ ਇਸ ਦੇ ਬਾਰੇ ਵਿੱਚ ਪਤਾ ਹੈ ਜੀ। ਠੀਕ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਕੁਐਸਚਨ ਨੰਬਰ ਸਾਡੇ ਕੋਲੇ ਆ ਚੁੱਕਾ ਹੈ 68 ਨੰਬਰ, ਤੇ 68 ਤੋਂ ਬਾਅਦ 69 ਨੰਬਰ ਕੁਐਸਚਨ ਸਾਡੇ ਕੋਲੇ ਆ ਗਿਆ ਹੈ ਜੀ। ਤੇ ਕੁਐਸਚਨ ਕਿਆ ਪੁੱਛਦਾ ਹੈ ਸਾਡੇ ਕੋਲੋਂ? ਹਰਸ਼ ਚਰਿਤ੍ਰ ਕਿਸਨੇ ਲਿਖੀ ਸੀ? ਸਾਰੇ ਬੱਚਿਆਂ ਨੂੰ ਪਤਾ ਹੈ ਜੀ ਹਰਸ਼ ਚਰਿਤ੍ਰ ਜਿਹੜੀ ਸੀ ਹਰਸ਼ਵਰਧਨ ਦੇ ਨਾਲ ਜੁੜੀ ਹੋਈ ਤੇ ਬਾਣ ਭੱਟ ਨੇ ਲਿਖੀ ਹੈ। ਬਾਣ ਭੱਟ ਦੁਆਰਾ ਇਹ ਰਚਨਾ ਜਿਹੜੀ ਹੈ ਕੀਤੀ ਗਈ ਹੈ ਜੀ। ਅੰਗੀਕੁਲ ਦੰਤ ਕਥਾ ਸੰਬੰਧਿਤ ਹੈ। ਅੰਗੀਕੁਲ ਦੰਤ ਕਥਾ ਤਾਂ ਇਹ ਹੈ ਜੀ ਸਾਡੀ 70 ਨੰਬਰ ਦਾ ਰਾਜਪੂਤਾਨਾ। ਬਿਲਕੁਲ ਜੀ। ਰਾਜਪੂਤਾਨਾ ਦੇ ਨਾਲ ਜਿਹੜੀ ਹੈ ਜੀ ਅੰਗੀਕੁਲ ਦੰਤ ਕਥਾ ਜਿਹੜੀ ਹੈ ਇਹ ਸੰਬੰਧਿਤ ਹੈ। ਕੁਤਬਦੀਨ ਐਬਕ ਕਿਹੜੀ ਖੇਡ ਖੇਡਦਾ ਸੀ? ਸਾਰੇ ਬੱਚਿਆਂ ਨੂੰ ਪਤਾ ਹੈ ਜੀ। ਘੋੜੇ ਤੋਂ ਗਿਰ ਕੇ ਮਰ ਗਿਆ ਸੀ ਤੇ ਉਹ ਖੇਡੀ ਜਾਂਦੀ ਹੈ ਫਿਰ ਕਿਆ? ਪੋਲੋ। ਚਹਿਲਗਾਨੀ ਕਿਆ ਹੈ ਜੀ? ਉਪਰਿਕ ਧਾਰਮਿਕ ਗ੍ਰਾਂਟ ਖੇਡ। ਬਿਲਕੁਲ ਜੀ, ਡੀ ਆਪਸ਼ਨ ਬਿਲਕੁਲ ਰਾਈਟ ਹੈ ਸਾਡਾ। ਇੱਕ ਕੁਲੀਨ ਤੰਤਰ ਹੈ, ਇੱਕ ਕੁਲੀਨ ਤੰਤਰ ਹੈ ਜੀ ਇਹ ਸਾਡਾ। ਠੀਕ ਹੈ। ਜਾਊਦੀਨ ਬਰਨੀ ਕੌਣ ਸੀ? ਜਾਊਦੀਨ ਬਰਨੀ ਇਤਿਹਾਸਕਾਰ, ਸੁਲਤਾਨ, ਯਾਤਰੀ, ਜਰਨੈਲ ਤਾਂ ਇਹ ਰਿਹਾ ਹੈ ਜੀ ਇੱਕ ਜਾਊਦੀਨ ਬਰਨੀ ਇਤਿਹਾਸਕਾਰ। ਠੀਕ ਹੈ। ਕਾਫੀ ਸਾਰੀਆਂ ਪੁਸਤਕਾਂ ਇਸਨੇ ਬਰਨੀ ਨੇ ਜਿਹੜੀਆਂ ਲਿਖੀਆਂ ਨੇ ਜੀ, ਤੇ ਇਹ ਹੈ ਜੀ ਸਾਡਾ ਫਿਰ ਕਿਆ? ਬਰਨੀ ਇੱਕ ਇਤਿਹਾਸਕਾਰ ਸੀ। ਸ਼ੇਰ ਸ਼ਾਹ ਸੂਰੀ ਅਧੀਨ ਪਰਗਨਾ ਕਿਆ ਸੀ? ਪਰਗਨਾ ਇੱਕ ਪ੍ਰਸ਼ਾਸਨਿਕ ਇਕਾਈ ਰਹੀ ਹੈ। ਬਿਲਕੁਲ ਸਹੀ ਹੈ ਜੀ ਸਾਡੀ ਇਹ ਪ੍ਰਸ਼ਾਸਨਿਕ ਇਕਾਈ। ਠੀਕ ਹੈ ਜੀ। ਪ੍ਰਸ਼ਾਸਨ ਕਰਨ ਦੀ ਇੱਕ ਇਕਾਈ ਹੈ ਪਰਗਨਾ। ਪਰਗਨਾ ਦੇ ਵਿੱਚ ਉਸਨੇ ਆਪਣੇ ਪੂਰੇ ਜਿਹੜਾ ਰਾਜ ਹੁੰਦਾ ਸੀ, ਪ੍ਰਾਂਤ, ਉਸਨੂੰ ਪਰਗਨਾ ਦੇ ਵਿੱਚ ਵੰਡ ਦਿੰਦਾ ਸੀ। ਖਾਸ ਕਰਕੇ ਉਸਨੇ ਇਹ ਕੰਮ ਜਿਹੜਾ ਕੀਤਾ ਸੀ ਬੰਗਾਲ ਦੇ ਵਿੱਚ ਕੀਤਾ ਸੀ। ਠੀਕ ਹੈ ਜੀ। ਇਬਨ ਬਤੂਤਾ ਇਸ ਦੇ ਦਰਬਾਰ ਵਿੱਚ ਰਹਿੰਦਾ ਸੀ। ਸਾਰੇ ਬੱਚਿਆਂ ਨੂੰ ਪਤਾ ਹੈ ਜੀ। ਪੜ੍ਹਿਆ ਲਿਖਿਆ ਮੂਰਖ ਰਾਜਾ ਜਿਸ ਨੂੰ ਬੋਲਿਆ ਗਿਆ ਹੈ ਜੀ ਮੁਹੰਮਦ ਬਿਨ ਤੁਗਲਕ। 1333 ਦੇ ਆਸ-ਪਾਸ ਜਿਹੜਾ ਹੈ ਜੀ ਇਬਨ ਬਤੂਤਾ ਆਇਆ ਸੀ ਮੋਰੋਕੋ ਤੋਂ। ਰਹੀਲਾ ਨਾਮਕ ਇਸਨੇ ਪੁਸਤਕ ਲਿਖੀ ਸੀ। ਠੀਕ ਹੈ ਜੀ। ਯਾਦ ਰੱਖਿਆ ਜੀ। ਇਹ ਸੀਗਾ ਜੀ ਆਪਣਾ ਹਿਸਟਰੀ ਦਾ ਪਾਰਟ, ਤੇ ਹਿਸਟਰੀ ਦੇ ਪਾਰਟ ਦੇ ਵਿੱਚ ਆਪਾਂ ਮੈਕਸਿਮਮ ਚੀਜ਼ਾਂ ਜਿਹੜੀਆਂ ਜੀ ਕਵਰ ਕੀਤੀਆਂ ਸਾਰੀਆਂ। ਆਪਾਂ ਇਸ ਦੇ ਵਿੱਚ ਜਿੰਨਾ ਵੀ ਬੱਚਿਆਂ ਦਾ ਕੋਈ ਡਾਊਟ ਸੀ ਕਿਸੇ ਵੀ ਕੁਐਸਚਨ ਬਾਰੇ ਉਹ ਸਾਰੇ ਆਪਾਂ ਇਸ ਦੇ ਵਿੱਚ ਕਲੀਅਰ ਕੀਤੇ ਜੀ। ਠੀਕ ਹੈ। ਤੇ ਅਗਲਾ ਜਿਹੜਾ ਪਾਰਟ ਹੈ ਜੀ ਸਾਡਾ ਸੋਸ਼ਲ ਸਟੱਡੀ ਦੇ ਵਿੱਚ ਉਹ ਹੈ ਜੀ ਸਾਡਾ ਪੋਲੀਟੀਕਲ ਸਾਇੰਸ ਦਾ। ਤੇ ਪੋਲੀਟੀਕਲ ਸਾਇੰਸ ਦਾ ਜਿੰਨਾ ਵੀ ਪਾਰਟ ਹੈ ਜੀ ਉਹ ਤੁਹਾਡੇ ਸਾਹਮਣੇ ਦੀਪਕ ਸਰ ਤੁਹਾਨੂੰ ਉਹ ਲੈ ਕੇ ਆਉਣਗੇ ਜੀ। ਠੀਕ ਹੈ ਜੀ। ਦੂਸਰਾ ਜਿਹੜਾ ਪੇਪਰ ਆਪਣਾ ਰਹਿ ਗਿਆ ਹੈ ਜੀ ਉਸਦਾ ਵੀ ਜਿਹੜਾ ਹਿਸਟਰੀ ਨਾਲ ਸੰਬੰਧਿਤ ਪਾਰਟ ਹੈ ਉਹ ਆਪਾਂ ਦੁਬਾਰਾ ਤੁਹਾਡੇ ਸਾਹਮਣੇ ਜਲਦੀ ਹੀ ਲੈ ਕੇ ਆ ਰਹੇ ਹਾਂ। ਧੰਨਵਾਦ ਜੀ ਤਦ ਤੱਕ ਦੇ ਲਈ ਜੀ। ਨਮਸਕਾਰ ਜੀ।